ਸੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਹੋ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ ਪੀਐਸਟੈਟ, ਸੀਟੈਟ ਤੇ ਮਾਸਟਰ ਕੈਡਰ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਜੀਓਗ੍ਰਾਫੀ ਆਫ ਇੰਡੀਆ ਦਾ ਜਿਹੜਾ ਟੌਪਿਕ ਹੈ ਉਸ ਦੇ ਨਾਲ ਰਿਲੇਟਡ 40 MCQ ਕੁਐਸਚਨ ਡਿਸਕਸ ਕਰਾਂਗੇ ਜੋ ਲੋਕੇਸ਼ਨ ਐਂਡ ਸਾਈਜ਼ ਦੇ ਜਿਹੜਾ ਟੌਪਿਕ ਹੈ ਉਹਦੇ ਵਿੱਚੋਂ ਹੈਗੇ ਨੇ। ਸੋ ਇਹਦੀ ਹਾਫ ਥਿਊਰੀ ਆਪਾਂ ਕੰਪਲੀਟ ਕਰ ਲਈ ਸੀ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ। ਓਕੇ, ਸੋ ਤੁਹਾਨੂੰ ਮਾਸਟਰ ਕੈਡਰ, ETT ਕੈਡਰ, NTT ਦੇ ਲਈ, PSPCL ਦੇ ਲਈ, PPS ਦੇ ਲਈ ਅਤੇ PSTET ਐਗਜ਼ਾਮ ਸਾਰੇ ਹੀ ਮੋਸਟਲੀ ਐਗਜ਼ਾਮਾਂ ਦੇ ਲਈ ਤੁਹਾਨੂੰ ਹੈਲਪਫੁਲ ਰਹੂਗੀ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਓਕੇ, ਨਾਲ ਹੀ ਇਹਨਾਂ ਦੀ ਥਿਊਰੀ ਦੀਆਂ ਜਿਹੜੀਆਂ ਕਲਾਸਿਸ ਉਹ ਵੀ ਮਿਲਣਗੀਆਂ, MCQ ਪ੍ਰੋਵਾਈਡ ਕੀਤੇ ਜਾਣਗੇ ਅਤੇ ਨਾਲ ਹੀ ਆਨਲਾਈਨ ਜਿਹੜੇ ਟੈਸਟ ਹੈ ਉਹ ਵੀ ਤੁਹਾਨੂੰ ਇਸ ਗਰੁੱਪ ਦੇ ਵਿੱਚ ਪ੍ਰੋਵਾਈਡ ਕੀਤੇ ਜਾਣਗੇ। ਸੋ ਇਹ ਸਾਰੀ ਜਿਹੜੀ ਸਟਰਕਚਰ ਹੈ ਇਹਦਾ ਜਿਹੜਾ ਫੀਸ ਸਟਰਕਚਰ ਤੁਹਾਨੂੰ ਦੱਸ ਦੇਵਾਂ ਕਿ 1500 ਰੁਪਏ ਦੇ ਵਿੱਚ ਤੁਸੀਂ ਜੁਆਇਨ ਕਰ ਸਕਦੇ ਹੋ। ਸੋ ਜਿਹੜੀਆਂ ਅਗਲੀ ਥਿਊਰੀ ਵਾਲੀਆਂ ਕਲਾਸਿਸ ਹੋਣਗੀਆਂ ਉਹ ਸਿਰਫ ਪੇਡ ਗਰੁੱਪ ਦੇ ਵਿੱਚ ਹੀ ਤੁਹਾਨੂੰ ਮਿਲਣਗੀਆਂ। ਸੋ ਬਾਕੀ ਦੀਆਂ ਕਲਾਸਾਂ ਜਿਹੜੀਆਂ ਉਹ ਹਾਈਡ ਹੋ ਜਾਣਗੀਆਂ। ਓਕੇ, ਸੋ ਉਮੀਦ ਕਰਦਾ ਹਾਂ ਕਿ ਸਟੂਡੈਂਟਸ ਜਿਹੜੇ ਇਸ ਨੂੰ ਜੁਆਇਨ ਕਰਨਗੇ ਕਿਉਂਕਿ ਬਹੁਤ ਜਿਹੜਾ ਘੱਟ ਪ੍ਰਾਈਸ ਹੈਗਾ ਅਤੇ ਤੁਹਾਡਾ ਇਹ ਓਨੇ ਟਾਈਮ ਤੱਕ ਚੱਲੂਗਾ ਜਦੋਂ ਤੱਕ ਤੁਹਾਡਾ ਮਾਸਟਰ ਕੈਡਰ ਦਾ ਪੇਪਰ ਨਹੀਂ ਹੋ ਜਾਂਦਾ। ਓਕੇ, ਸੋ ਬਹੁਤ ਘੱਟ ਫੀਸ ਰੱਖੀ ਗਈ ਹੈ। ਸਾਰੇ ਜਿਹੜੇ ਸਟੂਡੈਂਟ ਆ ਉਹ ਐਲੀਜੀਬਲ ਹੈਗੇ ਨੇ, ਮਤਲਬ ਕਿ ਇੰਨਾ ਕਿ ਜਿਹੜਾ ਨਾ ਕਰ ਸਕਦੇ ਹੈਗੇ, ਕੋਈ ਜ਼ਿਆਦਾ ਨਹੀਂ ਹੈਗੇ। ਸੋ ਉਮੀਦ ਕਰਦਾ ਹਾਂ ਕਿ ਜ਼ਰੂਰ ਤੁਸੀਂ ਇਸ ਨੂੰ ਫੋਲੋ ਕਰੋਗੇ। ਸੋ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਇਹਦਾ ਸੈਸ਼ਨ। ਸੋ ਅੱਜ ਦਾ ਫਸਟ ਕੁਐਸਚਨ ਰਹੇਗਾ ਜੀ, ਖੇਤਰਫਲ ਦੇ ਪੱਖੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ? ਸੋ ਧਿਆਨ ਰੱਖਿਓ, ਇਹ ਪਹਿਲਾਂ ਆਪਾਂ ਥਿਊਰੀ ਕਰੀ ਹੈ, ਕੱਲ੍ਹ ਵਾਲੀ ਕਲਾਸ ਦੇ ਵਿੱਚ ਥਿਊਰੀ ਤੁਹਾਨੂੰ ਕਰਵਾਈ ਗਈ ਸੀ ਅਤੇ ਕੋਸ਼ਿਸ਼ ਕਰਨਾ ਕਿ ਥਿਊਰੀ ਤੋਂ ਬਾਅਦ ਹੀ ਜਿਹੜਾ ਤੁਸੀਂ ਇਸ ਨੂੰ ਹੱਲ ਕਰਨਾ, ਕਿਉਂਕਿ ਥਿਊਰੀ ਤੋਂ ਬਾਅਦ ਤੁਹਾਡੀ ਅੱਛੀ ਜਿਹੜੀ ਪ੍ਰੈਕਟਿਸ ਹੋ ਜਾਊਗੀ ਤੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਲੱਗ ਜਾਣਗੀਆਂ। ਠੀਕ ਹੈ, ਸੋ ਇਹੀ ਇਹਦਾ ਮੇਨ ਮੋਟਿਵ ਹੈ। ਸੋ ਫਸਟ ਕੁਐਸਚਨ ਹੈ ਜੀ, ਖੇਤਰਫਲ ਦੇ ਪੱਖੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ? ਆਪਸ਼ਨ 1 ਹੈ ਭਾਰਤ, ਆਪਸ਼ਨ 2 ਹੈ ਕੈਨੇਡਾ, ਆਪਸ਼ਨ 3 ਹੈ ਚੀਨ ਅਤੇ ਆਪਸ਼ਨ 4 ਹੈ ਰੂਸ। ਤਾਂ ਅਗਰ ਅਸੀਂ ਗੱਲ ਕਰੀਏ ਸੰਸਾਰ ਦੇ ਸਭ ਤੋਂ ਵੱਡੇ ਦੇਸ਼ ਦੀ ਕਿ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਤਾਂ ਉਸ ਦੇ ਅਨੁਸਾਰ ਰੂਸ ਜਿਹੜਾ ਹੈ ਇਸ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਹੈ ਜਿਹੜਾ ਕਿ ਪਹਿਲੇ ਸਥਾਨ ਦੇ ਉੱਪਰ ਆਉਂਦਾ ਹੈ। ਓਕੇ, ਹੁਣ ਇਸ ਤੋਂ ਬਾਅਦ ਆਪਾਂ ਇੱਕ ਹੋਰ ਚੀਜ਼ ਵੀ ਨੋਟ ਕਰ ਲਈਏ, ਰੂਸ ਦਾ ਜਿਹੜਾ ਹੈ ਇਹ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਹ ਵੀ ਧਿਆਨ 'ਚ ਰੱਖਣਾ ਕਿ ਜਿਹੜਾ ਰੂਸ ਹੈ ਇਹ ਰੂਸ ਪੈਂਦਾ ਹੈ ਸਾਡੇ ਏਸ਼ੀਆ ਵਾਲੇ ਕੰਟੀਨੈਂਟ ਦੇ ਵਿੱਚ। ਓਕੇ, ਏਸ਼ੀਆ ਦੇ ਕੰਟੀਨੈਂਟ 'ਚ ਪੈਂਦਾ ਹੈ ਜੋ ਕਿ ਸੰਸਾਰ ਦਾ ਸਭ ਤੋਂ ਵੱਡਾ ਮਹਾਂਦੀਪ ਹੈ। ਠੀਕ ਹੈ ਜੀ, ਸੰਸਾਰ ਦਾ ਸਭ ਤੋਂ ਵੱਡਾ ਮਹਾਂਦੀਪ ਹੈ ਜੀ ਏਸ਼ੀਆ। ਔਰ ਟੋਟਲ ਸਾਡੇ ਕੋਲੇ ਜਿਹੜੇ ਕੰਟੀਨੈਂਟ ਨੇ, ਮਹਾਂਦੀਪ ਨੇ, ਇਹ 7 ਨੇਗੇ ਔਰ ਏਸ਼ੀਆ ਦੇ ਵਿੱਚ ਹੀ ਸਾਡਾ ਭਾਰਤ ਪੈਂਦਾ ਹੈਗਾ ਗਾ। ਇਹ ਵੀ ਤੁਸੀਂ ਯਾਦ ਰੱਖ ਲੈਣਾ ਹੈਗਾ ਗਾ। ਸੰਸਾਰ ਦਾ ਸਭ ਤੋਂ ਵੱਡਾ ਜਿਹੜਾ ਕਹਿ ਸਕਦੇ ਆ ਮਹਾਸਾਗਰ ਹੈ। ਓਕੇ, ਏਸ਼ੀਆ। ਤੇ ਏਸ਼ੀਆ ਦੇ ਵਿੱਚ ਇੱਕ ਹੋਰ ਚੀਜ਼ ਨੋਟ ਕਰ ਲੈਣਾ ਕਿ ਏਸ਼ੀਆ ਦੇ ਵਿੱਚ ਹੀ ਮਾਊਂਟ ਐਵਰੈਸਟ ਜਿਹੜੀ ਹੈ ਉਹ ਪਾਈ ਜਾਂਦੀ ਹੈ, ਜਿਹੜੀ ਕਿ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਹੈ ਜੀ, ਐਵਰੈਸਟ। ਓਕੇ, 8848 ਮੀਟਰ ਜਿਹੜੀ ਉੱਚੀ ਹੈ ਉਹ ਵੀ ਸਾਡੇ ਏਸ਼ੀਆ ਦੇ ਵਿੱਚ ਹੀ ਪਾਈ ਜਾਂਦੀ ਹੈ। ਠੀਕ ਹੈ ਜੀ, ਚਲੋ ਸੋ ਇਹ ਤਾਂ ਸਾਡਾ ਆਨਸਰ ਸਹੀ ਸੀ। ਇਸ ਤੋਂ ਇਲਾਵਾ ਭਾਰਤ ਬਾਰੇ ਵੀ ਨੋਟ ਕਰ ਲਿਓ ਕਿ ਭਾਰਤ ਜਿਹੜਾ ਹੈ ਖੇਤਰਫਲ ਦੇ ਪੱਖੋਂ 7ਵੇਂ ਸਥਾਨ ਤੇ ਆਉਂਦਾ ਹੈ। ਕੈਨੇਡਾ ਜਿਹੜਾ ਹੈ ਇਹ 2nd ਸਥਾਨ ਦੇ ਉੱਪਰ ਆਉਂਦਾ ਹੈਗਾ ਗਾ, ਦੂਸਰੇ ਸਥਾਨ ਤੇ ਆਉਂਦਾ ਹੈ ਤੇ ਚੀਨ ਜਿਹੜਾ ਹੈ ਜੀ ਇਹ 3ਰੇ ਸਥਾਨ ਤੇ ਆ ਜਾਂਦਾ ਹੈ ਖੇਤਰਫਲ ਦੇ ਪੱਖੋਂ। ਓਕੇ ਜੀ, ਤਾਂ ਸਾਰੇ ਪੁਆਇੰਟਸ ਦੇ ਵਿੱਚ ਕਵਰ ਹੋ ਗਏ ਨੇ। ਨੈਕਸਟ ਹੈ ਜੀ ਸੈਕੰਡ ਨੰਬਰ ਕੁਐਸਚਨ, ਖੇਤਰਫਲ ਦੇ ਪੱਖੋਂ ਭਾਰਤ ਸੰਸਾਰ ਦਾ ਕਿੰਨਵਾਂ ਵੱਡਾ ਦੇਸ਼ ਹੈ? ਸੋ ਦੂਜਾ, 9ਵਾਂ, 7ਵਾਂ ਤੇ ਜਾਂ ਫਿਰ 6ਵਾਂ। ਤਾਂ ਖੇਤਰਫਲ ਦੇ ਪੱਖੋਂ ਜਿਹੜਾ ਸੰਸਾਰ ਦੇ ਵਿੱਚ ਭਾਰਤ ਦਾ ਸਥਾਨ ਬਣਦਾ ਹੈ ਜੀ ਇਹ ਸਥਾਨ ਹੈ ਜੀ 7ਵਾਂ। ਲਾਸਟ ਕੁਐਸਚਨ ਦੇ ਵਿੱਚ ਆਪਾਂ ਦੱਸ ਚੁੱਕੇ ਹਾਂ ਕਿ ਇੰਡੀਆ ਜਿਹੜਾ ਹੈ ਇਹ 7ਵੇਂ ਸਥਾਨ ਦੇ ਉੱਪਰ ਆਉਂਦਾ ਹੈ। ਓਕੇ, 7ਵੇਂ ਸਥਾਨ ਦੇ ਉੱਪਰ ਆਉਂਦਾ ਹੈ ਤੇ ਸੰਸਾਰ ਦਾ ਨਾ 2.42% ਖੇਤਰ ਜਿਹੜਾ ਹੈ ਇਹ ਆਪਣੇ ਅਧੀਨ ਕਵਰ ਕਰਦਾ ਹੈ। ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਬਟ ਖੇਤਰ ਜਿਹੜਾ ਹੈ ਇਹਦਾ 2.42% ਬਣਦਾ ਹੈ। 6ਵੀਂ ਕੰਟਰੀ ਵੀ ਯਾਦ ਕਰ ਲੈਣਾ, ਤਾਂ 6ਵੀਂ ਕੰਟਰੀ ਜਿਹੜੀ ਹੈ ਜੀ ਇਹ ਆਸਟ੍ਰੇਲੀਆ ਹੈਗੀ। ਓਕੇ, ਆਸਟ੍ਰੇਲੀਆ ਜਿਹੜਾ ਹੈ ਇਹ 6ਵਾਂ ਵੱਡਾ ਦੇਸ਼ ਹੈ ਸੰਸਾਰ ਦਾ। ਠੀਕ ਹੈ ਜੀ, ਔਰ ਦੂਸਰਾ ਸੀਗਾ ਜੀ ਕੈਨੇਡਾ।
सॉरी कैनेडा जिहड़ा है ये दूसरा वड्डा सी, इंडिया जिहड़ा 7वां है ते 6वां जिहड़ा है वो आस्ट्रेलिया आ जांदा है। नैक्सट है जी तीसरा नंबर आबादी के पक्षों संसार का तीजा वड्डा देश किहड़ा है? ऑप्शन 1 है भारत, ऑप्शन 2 है चीन, ऑप्शन 3 है अमेरिका और ऑप्शन 4 है इंग्लैंड। तो आबादी के पक्षों संसार दे विच 3 देश प्रमुख ने, एक है जी चाइना पहले स्थान पर, दूसरे स्थान पर साडा इंडिया महान जिहड़ा है ये आ जाता है, तो तीसरे स्थान के उपर आ जाता है जी USA। ओके, तो इसके अकॉर्डिंग तुसीं हुण साइंस जिहड़ा जोड़ लेना है कि संसार का तीजा वड्डा देश पूछा गया है, तो तीजा वड्डा देश है जी USA। पहले 3 ही जिहड़े याद रखने क्योंकि ज़्यादा इस बारे नहीं पूछा जाता है, ज़्यादा चाइना पूछा जाऊगा तो या फिर साडा इंडिया पूछा जाऊगा। ठीक है जी, तो दूसरे स्थान पर साडा इंडिया है, पहले स्थान पर चीन है, तो तीसरे स्थान पर USA आंदा, तो इस करके इसका राइट आंसर जिहड़ा है वो अमेरिका है, जिन्होंने यूनाइटेड स्टेट ऑफ अमेरिका कह देंगे है। नैक्सट है जी 4 नंबर खेत्रफल के पक्षों संसार का सब तो छोटा देश किहड़ा है? ऑप्शन 1 है जापान, ऑप्शन 2 है वेटिकन सिटी, ऑप्शन 3 है इंग्लैंड और ऑप्शन 4 है जी मैडागास्कर। खेत्रफल के पक्षों संसार का सब तो बड़ा देश सीगा जी रूस, आप पहला ही गल की है, जिन्हों रशिया कह दिता जाता है। ओके, इस तो इलावा एक नाम होर भी है, सोवियत यूनीयन भी कह देंगे इसनूं, कि उत्थे कन्फ्यूज हो जाओ, सोवियत यूनीयन भी कह देंगे है इसनूं। ओके, सोवियत यूनीयन भी कह देंगे रशिया नूं, और यह पहला वर्ल्ड पावर है, हुण भी है मोस्टली, काफ़ी है ना कह सकते हैं रेंज रही हैगी। तो इत्थे गल की गई सब तो छोटा, ये सब तो बड़ा है रशिया, तो सब तो छोटा है जी संसार का देश वो है जी वेटिकन सिटी। वेटिकन सिटी जिहड़ी है ये संसार की सब तो छोटा जिहड़ा कह सकते हैं ना देश मन्निया जाता है, अते ये है कित्थे है जी इटली दे विच, इटली दे विच स्थित है ये वाला खेतर। ठीक है जी, चलो ये होगा साडा सैकंड। इस तो इलावा एक मैडागास्कर बारे भी नोट कर लियो। मैडागास्कर जिहड़ा है ये एक तरह का द्वीप है, ठीक है, जिहड़ा कि साउथ अफ्रीका दे विच पैंदा है। साउथ अफ्रीका के जिहड़े कोस्टल लाइन है जो इस तरह जिहड़ा है इस खेतर दे विच छोटा जिहा आईलैंड है, तो दूजा बड़ा जिहड़ा आईलैंड मन्निया जाता है। ओके, दूसरा बड़ा जिहड़ा द्वीप मन्निया जाता है, पहला ग्रीनलैंड आंदा, दूसरा जिहड़ा है ये मैडागास्कर मन्निया जाता है। ओके, इंग्लैंड जिहड़ा है भारत दे नालों कह सकते हैं 12 गुणा छोटा है, अते जापान जिहड़ा है जी 8 गुणा। ओके, नैक्सट है जी सो ये थोड़ा जिधर हो सकता है लास्ट वाले दे विच गुणा वाले, ठीक है। सो नैक्सट क्वेश्चन तुहानूं क्लियर कर दूंगा। नैक्सट है जी आबादी के पक्षों भारत संसार का किनवां वड्डा देश है? ऑप्शन 1 है दूजा, ऑप्शन 3 है पहला, ऑप्शन 3 है जी चौथा और ऑप्शन 4 है जी तीजा। सो पहला जिहड़ा आपां गल कीती सी वो चीन सीगा। ओके, साडा देश पूछा है किनवां है जी, तो दूजा जिहड़ा है जी भारत महान आबादी के पक्षों पापूलेशन के पक्षों, तो तीजा स्थान है जी अमेरिका। ये 3 देश प्रमुख ने जी आबादी वाले नोट रखना। तो साडे भारत की गल की गई है किनवां वड्डा देश है जी, तो असीं लगावांगे दूजा वड्डा देश है जी। नैक्सट है जी 6 नंबर भारत दे विच संसार की किन्ने प्रतिशत वसों रहिंदी हैगी आ? तो भारत दे विच किन्ने प्रतिशत है? ऑप्शन 1 है 12.30%, ऑप्शन 2 है 17.44%, ऑप्शन 3 है 10.32% और ऑप्शन 4 है 9.56%। तो संसार की तकरीबन 17.44% पापूलेशन जिहड़ी है ये रहिंदी हैगी साडे भारत दे विच जी। ओके, नोट कर लेना। अते ये भी देखना ये 2011 के डाटे के अकॉर्डिंग है। ओके, 2011 के 2021 का डाटा तुहानूं अगे प्रेजेंट करूँगा अगली क्लास दे विच, तुसीं उत्थों नोट कर लेना। 2011 के डाटे के अकॉर्डिंग है। अते साडे जिहड़ा खेत्रफल पता कितना है 2.42%, इन्नी पॉपूलेशन रहिंदी है। खेत्रफल साडा थोड़ा जिहा हैगा बट फिर भी असीं कवर कर रहे हैं इस चीज़ नूं। ओके, नैक्सट है जी 7 नंबर भारत का खेत्रफल कितना है जी? ऑप्शन 1 है 23 लाख 47 वर्ग किलोमीटर, ऑप्शन 2 है 32,87,263 वर्ग किलोमीटर, ऑप्शन 3 है जी 45,32,000 वर्ग किलोमीटर और ऑप्शन 4 है जी 12,60,000 वर्ग किलोमीटर। तो भारत का जिहड़ा खेत्रफल है ये बनता है जी 32,87,063 वर्ग किलोमीटर। अगर इनू संसार के नाल असीं कंपेयर करांगे 100% दे विचों तो साडे लई ये बनता है जी 2.42% का खेत्रफल। ओके, इन्ने क खेत्र दे विच है जी साडा 32,87,263 वर्ग किलोमीटर वाला खेत्र है। ये भारत का खेत्रफल है, याद रखना। नैक्सट है जी भारत संसार के किन्ने प्रतिशत भाग दे विच स्थित है? ऑप्शन 1 है 2.42%, ऑप्शन 3 है 2.10%, ऑप्शन 3 है 5.30% और ऑप्शन 4 है
23%। ਇਹ ਆਪਾਂ ਦੱਸ ਚੁੱਕੇ ਹਾਂ। ਤਾਂ 2.42% ਭਾਗ ਦੇ ਵਿੱਚ ਸਥਿਤ ਹੈ ਸਾਡਾ ਸੰਸਾਰ ਦੇ ਵਿੱਚ ਸਥਾਨ ਬਣਦਾ ਹੈ। ਪ੍ਰਤੀਸ਼ਤ ਦੀ ਗੱਲ ਕਰੀਏ ਤਾਂ 32,87,263 ਕਿਲੋਮੀਟਰ। ਨੈਕਸਟ ਹੈ ਜੀ 2001 ਦੇ ਅਨੁਸਾਰ ਭਾਰਤ ਦੀ ਜਨਸੰਖਿਆ ਕਿੰਨੀ ਹੈ? ਆਪਸ਼ਨ 1 ਹੈ 190 ਕਰੋੜ, ਆਪਸ਼ਨ 2 ਹੈ 102 ਕਰੋੜ, ਆਪਸ਼ਨ 3 ਹੈ 121 ਕਰੋੜ ਅਤੇ ਆਪਸ਼ਨ 4 ਹੈ 135 ਕਰੋੜ। 2001 ਦੇ ਡਾਟਾ ਦੇ ਅਕੋਰਡਿੰਗ ਪੁੱਛੀ ਹੈ। ਧਿਆਨ ਰੱਖਿਓ ਕਿ 2001 ਦੀ ਜਿਹੜੀ ਸੈਂਸਸ ਯਾਦ ਰੱਖਣੀ ਹੈ ਤੇ 2011 ਦੀ ਅਤੇ 2021 ਦੀ। ਇਹ ਹਲੇ ਕੰਪਲੀਟ ਤਾਂ ਨਹੀਂ ਹੋਈ ਬਟ ਡਾਟਾ ਜਿਹੜਾ ਗੂਗਲ ਦੇ ਉੱਪਰ ਅਪਡੇਟ ਕਰ ਦਿੱਤਾ ਗਿਆ, ਜੋ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ ਮੈਂ। ਓਕੇ, ਤਾਂ 2001 ਦੇ ਵਿੱਚ ਜਿਹੜੀ ਪਾਪੂਲੇਸ਼ਨ ਸੀਗੀ ਇਹ 102 ਕਰੋੜ ਸੀਗੀ ਅਤੇ 2011 ਦੇ ਵਿੱਚ 121 ਕਰੋੜ ਸੀਗੀ ਅਤੇ 2021 ਦੀ ਜਿਹੜੀ ਐਸਟੀਮੇਟ ਜਿਹੜੀ ਕਹਿ ਸਕਦੇ ਆ ਪਾਪੂਲੇਸ਼ਨ ਮੰਨੀ ਗਈ ਹੈ ਇਹ 139 ਪੁਆਇੰਟ ਕੁਛ ਹੈਗੀ, ਯਾਨੀ ਕਿ ਟੋਟਲ 140 ਕਰੋੜ ਬਣ ਜਾਂਦੀ ਹੈਗੀ ਹੈ ਅਗਰ ਐਸਟੀਮੇਟ ਦਾ ਲੱਗੇ। ਓਕੇ, ਅਤੇ ਇਹ 28 ਦਸੰਬਰ 2021 ਦਾ ਡਾਟਾ ਹੈ, ਸੌਰੀ 21 ਦਾ ਹੈ ਨਾ, ਹਾਂਜੀ 21 ਦਾ ਹੀ ਡਾਟਾ ਜਿਹੜਾ ਅਪਲੋਡ ਕੀਤਾ ਹੋਇਆ ਇਹ ਤੁਸੀਂ ਗੂਗਲ ਤੇ ਚੈੱਕ ਕਰ ਸਕਦੇ ਹੋ ਕਿਉਂਕਿ ਤਾਂ ਹੁਣ ਤੁਸੀਂ ਇਸ ਨੂੰ ਵੀ ਜਿਹੜਾ ਯਾਦ ਰੱਖ ਲੈਣਾ ਹੈ। ਓਕੇ, ਤਾਂ ਇੱਥੇ 2001 ਦੀ ਗੱਲ ਕੀਤੀ ਗਈ ਹੈ ਤਾਂ 2001 ਦਾ ਇੱਥੇ ਰਾਈਟ ਆਨਸਰ 102 ਬਣਦਾ ਹੈਗਾ ਪਾਪੂਲੇਸ਼ਨ ਦਾ। 2021 ਦੀ ਨਾ ਪੰਜਾਬ ਦੀ ਪਾਪੂਲੇਸ਼ਨ ਵੀ ਨੋਟ ਕਰ ਲਿਓ। ਅਸੀਂ 2.5 ਲੱਖ ਪੜ੍ਹਦੇ ਆ ਰਹੇ ਹਾਂ ਬਟ ਚੇਂਜ ਹੋ ਗਿਆ ਹੈ, ਜੋ ਕਿ ਲਾਸਟ PSBB ਦੇ ਵਿੱਚ ਵੀ ਆਇਆ ਸੀ ਪੇਪਰ, ਹੈ ਨਾ, ਪੇਪਰ ਦੇ ਵਿੱਚ ਵੀ ਆਇਆ ਸੀਗਾ ਅਤੇ ਇੱਕ ਹੋਰ ਪੇਪਰ ਦੇ ਵਿੱਚ ਵੀ ਆਇਆ ਸੀ। ਪੰਜਾਬ ਦੀ ਲੇਟੈਸਟ ਪਾਪੂਲੇਸ਼ਨ ਪੁੱਛੀ ਸੀ 2021 ਦੇ ਅਕੋਰਡਿੰਗ। ਤਾਂ ਹੁਣ 3 ਲੱਖ ਜਿਹੜੀ ਹੈ ਨਾ, ਸੌਰੀ 3 ਕਰੋੜ ਜਿਹੜੀ ਹੈ ਪਾਪੂਲੇਸ਼ਨ ਹੋ ਚੁੱਕੀ ਹੈਗੀ ਹੈ। ਪਹਿਲਾਂ 2.5 ਲੱਖ ਹੁੰਦੀ ਸੀ, ਹੁਣ 3 ਕਰੋੜ ਜਿਹੜੀ ਪਾਪੂਲੇਸ਼ਨ 2021 ਦੇ ਡਾਟਾ ਦੇ ਅਕੋਰਡਿੰਗ ਹੋ ਚੁੱਕੀ ਹੈਗੀ ਹੈ। ਇਸ ਕਰਕੇ ਇਸ ਚੀਜ਼ ਨੂੰ ਵੀ ਅਪਡੇਟ ਕਰ ਲੈਣਾ। ਨੈਕਸਟ ਹੈ ਜੀ 10 ਨੰਬਰ, ਵਰਤਮਾਨ ਸਮੇਂ ਭਾਰਤ ਦੀ ਜਨਸੰਖਿਆ ਕਿੰਨੀ ਹੈ ਜੀ? ਆਪਸ਼ਨ 1 ਹੈ 150 ਕਰੋੜ, ਆਪਸ਼ਨ 2 ਹੈ 140 ਕਰੋੜ, ਆਪਸ਼ਨ 3 ਹੈ 127 ਕਰੋੜ ਅਤੇ ਆਪਸ਼ਨ 4 ਹੈ 123 ਕਰੋੜ। 140 ਕਰੋੜ ਹੈ ਜੀ, ਲਾਸਟ ਕੁਐਸਚਨ ਦੇ ਵਿੱਚ ਦੱਸ ਚੁੱਕੇ ਹਾਂ। ਤਾਂ 140 ਕਰੋੜ ਪਾਪੂਲੇਸ਼ਨ ਰਹਿੰਦੀ ਹੈ ਜੀ ਵਰਤਮਾਨ ਸਮੇਂ ਭਾਰਤ ਦੇ ਵਿੱਚ। ਨੈਕਸਟ ਹੈ ਜੀ ਭਾਰਤ ਇੰਗਲੈਂਡ ਦੇ ਨਾਲੋਂ ਕਿੰਨਾ ਵੱਡਾ ਹੈ ਜੀ? ਆਪਸ਼ਨ 1 ਹੈ 12 ਗੁਣਾ, ਆਪਸ਼ਨ 2 ਹੈ 9 ਗੁਣਾ, ਆਪਸ਼ਨ 3 ਹੈ 7 ਗੁਣਾ ਅਤੇ ਆਪਸ਼ਨ 4 ਹੈ 8 ਗੁਣਾ। ਤਾਂ ਇੰਗਲੈਂਡ ਜਿਹੜਾ ਹੈ ਉਹ 12 ਗੁਣਾ, ਸੌਰੀ ਭਾਰਤ ਜਿਹੜਾ ਹੈ ਇੰਗਲੈਂਡ ਦੇ ਨਾਲੋਂ 12 ਗੁਣਾ ਵੱਡਾ ਹੈ, ਯਾਨੀ ਕਿ ਕਹਿ ਸਕਦੇ ਹਾਂ ਇੰਗਲੈਂਡ ਉਸ ਦੇ ਨਾਲੋਂ 12 ਗੁਣਾ ਛੋਟਾ ਹੈ। ਬਟ ਫਿਰ ਵੀ ਸਾਡੇ ਭਾਰਤ ਦੇ ਉੱਪਰ ਰਾਜ ਕਰਕੇ ਗਿਆ ਹੈ 1600 ਦੇ ਵਿੱਚ ਜਾ ਕੇ, ਹੈ ਨਾ। ਈਸਟ ਇੰਡੀਆ ਕੰਪਨੀ ਜਿਹੜੀ ਸਾਡੇ ਭਾਰਤ ਦੇ ਵਿੱਚ ਆਉਂਦੀ ਹੈ ਤੇ ਕਿੰਨੇ ਸਾਲਾਂ ਤੱਕ ਸਾਡੇ ਉੱਪਰ ਰਾਜ ਕਰਕੇ ਗਿਆ ਹੈ। ਇੰਨਾ ਛੋਟਾ ਦੇਸ਼ ਪੂਰੇ ਸੰਸਾਰ ਦੇ ਉੱਪਰ ਕਬਜ਼ਾ ਕਰਕੇ ਗਿਆ ਹੈ, ਇਹਨਾਂ ਦੀ ਦਿਮਾਗ ਦੀ ਗੱਲ ਹੈ। ਨੈਕਸਟ ਹੈ ਜੀ ਭਾਰਤ ਦੀ ਗਲੋਬ ਦੇ ਉੱਪਰ ਸਥਿਤੀ ਹੈ। ਆਪਸ਼ਨ 1 ਹੈ ਉੱਤਰ ਦੇ ਵਿੱਚ, ਆਪਸ਼ਨ 2 ਹੈ ਉੱਤਰ ਪੂਰਬੀ ਗੋਲਾਰਧ ਦੇ ਵਿੱਚ, ਆਪਸ਼ਨ 3 ਹੈ ਦੱਖਣ ਪੂਰਬ ਦੇ ਵਿੱਚ ਅਤੇ ਆਪਸ਼ਨ 4 ਹੈ ਪੱਛਮ ਪੂਰਬ ਦੇ ਵਿੱਚ। ਭਾਰਤ ਦੀ ਜਿਹੜੀ ਹੈ ਗਲੋਬ ਦੇ ਉੱਪਰ ਸਥਿਤੀ ਪੁੱਛੀ ਗਈ ਹੈ, ਠੀਕ ਹੈ। ਸੋ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਉੱਤਰ ਦੇ ਵਿੱਚ ਨਹੀਂ ਆਊਗੀ, ਠੀਕ ਹੈ, ਨਾ ਹੀ ਦੱਖਣ ਦੇ ਵਿੱਚ ਆਊਗੀ ਤੇ ਨਾ ਹੀ ਪੱਛਮ ਦੇ ਵਿੱਚ ਆਊਗੀ। ਇਹਦਾ ਰਾਈਟ ਆਨਸਰ ਜਿਹੜਾ ਹੈ ਉਹ ਉੱਤਰ ਪੂਰਬੀ ਗੋਲਾਰਧ ਰਹੂਗਾ, ਨਾਰਥ ਈਸਟ ਹੈਮਸਫੀਅਰ। ਓਕੇ, ਇਹ ਮੈਂ ਦੱਸ ਦਿੰਦਾ ਹੈ ਕਿ ਕਿਵੇਂ ਡਿਵਾਈਡ ਕੀਤਾ ਜਾਂਦਾ ਹੈ ਤਾਂ ਕਿ ਤੁਸੀਂ ਇਸ ਨੂੰ ਕਲੀਅਰਿਫਾਈ ਕਰ ਲਓ। ਇਹ ਸਾਡਾ ਗਲੋਬ ਹੈ, ਧਿਆਨ ਰੱਖਣਾ, ਤੇ ਸਾਡੀ ਜਿਹੜੀ ਧਰਤੀ ਹੈ ਨਾ ਉਹ ਵੀ ਧਿਆਨ ਰੱਖਣਾ ਕਿ ਸਾਡੇ 66 ਡਿਗਰੀ ਦੇ ਉੱਪਰ ਝੁਕੀ ਹੋਈ ਹੈ ਇਸ ਤਰ੍ਹਾਂ। ਓਕੇ, ਸਟ੍ਰੇਟ ਨਹੀਂ ਹੈਗੀ ਕਿ ਇਹ 66 ਡਿਗਰੀ ਦਾ ਕੋਣ ਬਣਾਉਂਦੀ ਹੈਗੀ ਹੈ ਤੇ ਸੂਰਜ ਦੇ ਦੁਆਲੇ ਇਹ ਘੁੰਮਦੀ ਹੈਗੀ ਹੈ। ਓਕੇ, ਹੁਣ ਆਪਾਂ ਗਲੋਬ ਦੀ ਗੱਲ ਕਰਦੇ ਹਾਂ। ਇੱਕ ਗਲੋਬ ਹੈ ਜੋ ਕਿ ਧਰਤੀ ਦਾ ਬਿਲਕੁਲ ਹੂਬਹੂਬ ਮਾਡਲ ਮੰਨਿਆ ਜਾਂਦਾ ਹੈ, ਜਿਸ ਤਰ੍ਹਾਂ ਧਰਤੀ ਹੈ ਉਸੇ ਤਰੀਕੇ ਦਾ ਹੀ ਇਸ ਨੂੰ ਬਣਾਇਆ ਗਿਆ ਹੈ। ਅਕਸਰ ਸਕੂਲਾਂ ਕਾਲਜਾਂ ਦੇ ਵਿੱਚ ਤੁਹਾਨੂੰ ਪ੍ਰਿੰਸੀਪਲ ਦੇ ਰੂਮ ਦੇ ਵਿੱਚ ਮਿਲ ਜਾਣਗੇ ਦੇਖਣ ਨੂੰ, ਤੇ ਜਿਓਗ੍ਰਾਫੀ ਦੇ ਸਟੂਡੈਂਟਸ ਨੇ ਇਹਨਾਂ ਨੂੰ ਦੇਖਿਆ ਹੀ ਹੋਊਗਾ। ਓਕੇ, ਤਾਂ ਹੁਣ ਧਿਆਨ ਰੱਖਣਾ ਹੈ ਕਿ ਭਾਰਤ ਜਿਹੜਾ ਹੈ ਨਾ ਉਹ ਕਿਹੜੇ ਸਥਿਤੀ ਬਣਦੀ ਹੈਗੀ ਉਹਦੀ। ਅਗਰ ਦਿਸ਼ਾਵਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਸੰਸਾਰ ਦੀ ਗੱਲ ਕਰਦੇ ਹਾਂ, ਸੰਸਾਰ ਨੂੰ 2 ਭਾਗਾਂ ਦੇ ਵਿੱਚ ਵੰਡਦੀ ਹੈ। 0 ਡਿਗਰੀ ਜਿਹਨੂੰ ਕਿਹਾ ਜਾਂਦਾ ਹੈ ਇਕੁਏਟਰ, ਭੂ ਮੱਧ ਰੇਖਾ। ਓਕੇ, ਜਿਹਦੇ ਕਾਰਨ ਕਰਕੇ ਇਹਦਾ ਨੀਚੇ ਵਾਲਾ ਪਾਰਟ ਜਿਹੜਾ ਹੈ ਉਹ ਬਣ ਜਾਂਦਾ ਹੈ ਸਦਰਨ ਹੈਮਸਫੀਅਰ, ਯਾਨੀ ਕਿ ਦੱਖਣੀ ਗੋਲਾ ਅਰਧ। ਓਕੇ, ਹੈਮਸਫੀਅਰ, ਅਤੇ ਉੱਤਰ ਵਾਲਾ ਜਿਹੜਾ ਪਾਰਟ ਬਣ ਜਾਂਦਾ ਹੈ ਇਹਨੂੰ ਕਿਹਾ ਜਾਂਦਾ ਹੈ ਨਦਰਨ ਹੈਮਸਫੀਅਰ। ਓਕੇ, ਨਦਰਨ ਹੈਮਸਫੀਅਰ। ਚਲੋ ਇਹ ਧਿਆਨ ਰੱਖਣਾ। ਹੁਣ ਸਾਡਾ ਭਾਰਤ ਕਿੱਥੇ ਸਥਿਤ ਹੈ? ਇਹ ਸਾਨੂੰ ਪਤਾ ਹੈ ਕਿ ਇਹ ਉੱਤਰੀ ਗੋਲਾਰਧ ਦੇ ਵਿੱਚ ਆਉਂਦਾ, ਨਦਰਨ ਹੈਮਸਫੀਅਰ ਦੇ ਵਿੱਚ ਆਉਂਦਾ ਹੈ, ਇਸ ਕਰਕੇ ਅਸੀਂ ਉੱਤਰ ਵਾਲਾ ਪੁਆਇੰਟ ਇਹਦੇ ਵਿੱਚ ਐਡ ਕਰ ਲਿਆ ਹੈ। ਓਕੇ, ਇਸ ਤੋਂ ਇਲਾਵਾ ਫਿਰ ਅੱਗੇ ਇਹ ਹੋਰ ਬਣ ਜਾਂਦੇ ਆ। ਇਹ ਲੈਟੀਟਿਊਡ ਹੈਗੀ ਜਿਹੜੀ 0 ਡਿਗਰੀ ਇਕੁਏਟਰ ਹੈ। ਇੱਕ ਲੌਂਗੀਟਿਊਡ ਵੀ ਹੁੰਦੀ ਹੈ 0 ਡਿਗਰੀ ਦੇ ਉੱਪਰ ਹੀ, ਇਹ ਲੌਂਗੀਟਿਊਡ ਹੁੰਦੀ ਹੈਗੀ ਜਿਹਨੂੰ ਪ੍ਰਾਈਮ ਮੈਰੀਡੀਅਨ ਲਾਈਨ ਵੀ ਕਹਿ ਦਿੰਦੇ ਹੈ। ਇਹ ਧਰਤੀ ਨੂੰ ਫਿਰ ਅੱਗੇ 2 ਭਾਗਾਂ ਦੇ ਵਿੱਚ ਵੰਡਦੀ ਹੈ, ਜਿਹਦੇ ਕਾਰਨ ਕਰਕੇ ਧਰਤੀ 4 ਭਾਗਾਂ 'ਚ ਵੰਡੀ ਜਾਂਦੀ ਹੈਗੀ ਆ, 4 ਬਣ ਜਾਂਦੇ ਆ ਭਾਗ, ਠੀਕ ਹੈ। ਸੋ ਇਹ ਕੀ ਕਰਦੀ ਹੈ ਧਰਤੀ ਨੂੰ, ਇੱਕ ਭਾਗ ਜਿਹੜਾ ਹੈ ਈਸਟ ਵੈਸਟ ਵਾਲਾ ਬਣ ਜਾਂਦਾ ਹੈ, ਪੱਛਮ ਵਾਲਾ ਬਣ ਜਾਂਦਾ, ਤੇ ਇੱਕ ਭਾਗ ਜਿਹੜਾ ਹੈ ਉਹ ਈਸਟ ਵਾਲਾ ਬਣ ਜਾਂਦਾ ਹੈ। ਓਕੇ, ਸਾਡਾ ਭਾਰਤ ਜਿਹੜਾ ਹੈ
ਉਹ 0 ਡਿਗਰੀ ਪ੍ਰਾਈਮ ਮੈਰੀਡੀਅਨ ਤੋਂ ਈਸਟ ਦੇ ਵਿੱਚ ਸਥਿਤ ਹੈ। ਇਸੇ ਕਾਰਨ ਕਰਕੇ ਹੀ ਅਸੀਂ ਇਸ ਨਾਲ ਪੂਰਬ ਲਗਾਉਣੇ ਹੈਗੇ, ਯਾਨੀ ਕਿ ਇਸ ਖੇਤਰ ਦੇ ਵਿੱਚ ਸਾਡਾ ਭਾਰਤ ਸਥਿਤ ਹੈ। ਇਸੇ ਦੇ ਆਧਾਰ ਦੇ ਉੱਪਰ ਅਸੀਂ ਲਗਾਉਣੇ ਆ ਕਿ ਸਾਡਾ ਭਾਰਤ ਉੱਤਰ ਪੂਰਬੀ ਗੋਲਾਰਧ ਦੇ ਵਿੱਚ ਸਥਿਤ ਹੈ। ਉੱਤਰ ਦੇ ਵਿੱਚ ਆ ਗਿਆ, ਇਸ ਤੋਂ ਇਲਾਵਾ ਈਸਟ ਦੇ ਵਿੱਚ ਪੈ ਗਿਆ ਹੈ, ਜਿਹਦੇ ਕਾਰਨ ਕਰਕੇ ਇਹਦਾ ਨਾਮ ਅਸੀਂ ਇਸ ਤਰੀਕੇ ਨਾਲ ਰੱਖਿਆ ਹੋਇਆ ਹੈ। ਓਕੇ, ਤੇ ਭਾਰਤ ਦੇ ਵਿੱਚੋਂ ਦੀ ਇੱਕ ਜਿਹੜੀ ਟ੍ਰੋਪਿਕ ਆਫ ਕੈਂਸਰ ਵੀ ਨਿਕਲਦੀ ਹੈ, ਜੋ 23.5 ਡਿਗਰੀ ਦੇ ਉੱਪਰ ਸਥਿਤ ਹੈ, ਜੋ ਅੱਗੇ ਕੁਐਸਚਨ 'ਚ ਆਪਾਂ ਸੋਲਵ ਕਰਾਂਗੇ। ਓਕੇ ਜੀ, ਤੇ ਡਾਇਰੈਕਸ਼ਨ ਯਾਦ ਰੱਖਣੀ ਹੈ। ਨੈਕਸਟ ਹੈ ਜੀ, ਭਾਰਤ ਦੀ ਸਭ ਤੋਂ ਲੰਬੀ ਸੀਮਾ ਕਿਹੜੇ ਦੇਸ਼ ਦੇ ਨਾਲ ਲੱਗਦੀ ਹੈ? ਆਪਸ਼ਨ 1 ਹੈ ਮਿਆਂਮਾਰ, ਆਪਸ਼ਨ 2 ਹੈ ਚੀਨ, ਆਪਸ਼ਨ 3 ਹੈ ਬੰਗਲਾਦੇਸ਼ ਅਤੇ ਆਪਸ਼ਨ 4 ਹੈ ਪਾਕਿਸਤਾਨ। ਤਾਂ ਭਾਰਤ ਦੇ ਨਾਲ ਅਸੀਂ ਗੱਲ ਕਰੀਏ ਪੂਰੇ ਜਿੰਨੇ ਵੀ ਦੇਸ਼ ਲੱਗਦੇ ਨੇ ਉੱਪਰ ਵਾਲੇ ਖੇਤਰ ਦੇ ਵਿੱਚ, ਤਾਂ ਉਹਨਾਂ ਸਾਰਿਆਂ ਦੀ ਜਿਹੜੀ ਸੀਮਾ ਬਣਦੀ ਹੈ 7 ਦੇਸ਼ਾਂ ਦੀ, ਉਹ ਇਸ ਦੇ ਨਾਲ ਲੱਗਦੀ ਹੈ। ਯਾਨੀ ਕਿ ਟੋਟਲ 7 ਦੇਸ਼ ਲੱਗਦੇ ਹੈਗੇ ਜੀ ਇਸ ਦੇ ਨਾਲ। ਕਿਹੜੇ ਕਿਹੜੇ ਦੇਸ਼ ਲੱਗਦੇ ਨੇ ਪਹਿਲਾਂ ਆਪਾਂ ਇਹ ਗੱਲ ਕਰ ਲਈਏ, ਹੈ ਨਾ, ਜਿਹਦੇ ਵਿੱਚ ਪਹਿਲਾ ਸਥਾਨ ਸਾਡੇ ਪਾਕਿਸਤਾਨ ਦਾ ਹੀ ਆ ਜਾਂਦਾ ਹੈ। ਓਕੇ, ਪਾਕਿਸਤਾਨ ਤੋਂ ਬਾਅਦ ਦੂਸਰਾ ਸਥਾਨ ਅਫਗਾਨਿਸਤਾਨ ਦਾ ਆ ਜਾਂਦਾ ਹੈ ਜੀ, ਅਫਗਾਨਿਸਤਾਨ। ਤੇ ਤੀਸਰਾ ਸਥਾਨ ਜਿਹੜਾ ਹੈ ਜੀ ਉਹ ਚੀਨ ਦਾ ਆ ਜਾਂਦਾ ਹੈ। ਚੀਨ ਤੋਂ ਬਾਅਦ ਜੀ ਨੇਪਾਲ ਆ ਜਾਂਦਾ ਹੈ। ਓਕੇ, ਨੇਪਾਲ ਤੋਂ ਬਾਅਦ ਭੂਟਾਨ ਆ ਜਾਂਦਾ ਹੈ ਜੀ, ਤੇ ਭੂਟਾਨ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਜੀ ਮਿਆਂਮਾਰ। ਓਕੇ, ਮਿਆਂਮਾਰ ਤੋਂ ਬਾਅਦ 7ਵਾਂ ਦੇਸ਼ ਜਿਹੜਾ ਬਣ ਜਾਂਦਾ ਹੈ ਜੀ ਉਹ ਹੈ ਬੰਗਲਾਦੇਸ਼। ਤਾਂ ਇਹ 7 ਦੇਸ਼ ਜਿਹੜੇ ਹੈਗੇ ਆ ਇਹ ਟੱਚ ਕਰਦੇ ਹੈਗੇ ਸਾਡੇ ਭਾਰਤ ਦੀ ਬਾਉਂਡਰੀ ਨੂੰ। ਓਕੇ, ਇਸ ਤਰੀਕੇ ਦਾ ਸਾਡਾ ਮੈਪ ਜਿਹੜਾ ਬਣਦਾ ਹੈ। ਸੋ ਅਰਜੀ ਜਿਹਾ ਹੈ ਆ ਸਾਰਾ ਖੇਤਰ ਉੱਪਰ ਵਾਲਾ ਜਿਹੜਾ ਹੈ ਨਾ, ਇਹ ਸਾਰਾ ਦਾ ਸਾਰਾ ਜਿਹੜਾ ਕਹਿ ਸਕਦੇ ਆ ਇਹਨਾਂ ਦੀ ਬਾਉਂਡਰੀ ਜਿਹੜੀ ਹੈ ਉਹ ਭਾਰਤ ਦੇ ਨਾਲ ਲੱਗਦੀ ਹੈਗੀ ਆ। ਓਕੇ, ਤੇ 7 ਦੇਸ਼ ਲੱਗਦੇ ਹੈਗੇ ਨੇ। ਇੱਥੇ ਪੁੱਛਿਆ ਗਿਆ ਹੈ ਕਿ ਸਭ ਤੋਂ ਲੰਬੀ ਸੀਮਾ ਕਿਹੜੇ ਦੇਸ਼ ਦੇ ਨਾਲ ਲੱਗਦੀ ਹੈ? ਤਾਂ ਸਭ ਤੋਂ ਲੰਬੀ ਸੀਮਾ ਲੱਗਦੀ ਹੈ ਜੀ ਇਹਨਾਂ ਦੇ ਵਿੱਚੋਂ ਬੰਗਲਾਦੇਸ਼ ਦੀ। ਤਾਂ ਬੰਗਲਾਦੇਸ਼ ਦੀ ਜਿਹੜੀ ਹੈ ਇਸ ਦੇ ਨਾਲ ਸੀਮਾ ਲੱਗਦੀ ਹੈ ਸਭ ਤੋਂ ਵੱਧ ਲੰਮੀ, ਯਾਨੀ ਕਿ ਸਭ ਤੋਂ ਵੱਧ ਦੂਰੀ ਬਣਦੀ ਹੈ ਇਸ ਦੇ ਨਾਲ। ਓਕੇ, ਨੈਕਸਟ ਹੈ ਜੀ, ਭਾਰਤ ਦੀ ਸਭ ਤੋਂ ਛੋਟੀ ਸੀਮਾ ਕਿਸ ਦੇਸ਼ ਦੇ ਨਾਲ ਲੱਗਦੀ ਹੈ? ਆਪਸ਼ਨ 1 ਹੈ ਭੂਟਾਨ, ਆਪਸ਼ਨ 2 ਹੈ ਨੇਪਾਲ, ਆਪਸ਼ਨ 3 ਹੈ ਚੀਨ ਅਤੇ ਆਪਸ਼ਨ 4 ਹੈ ਜੀ ਅਫਗਾਨਿਸਤਾਨ। ਤਾਂ ਸਭ ਤੋਂ ਛੋਟੀ ਸੀਮਾ ਜਾਂ ਸਭ ਤੋਂ ਘੱਟ ਸੀਮਾ ਜਿਹੜੀ ਹੈ ਉਹ ਕਿਹੜੇ ਰਾਜ ਦੀ ਲੱਗਦੀ ਹੈ, ਦੇਸ਼ ਦੀ ਲੱਗਦੀ ਹੈ? ਤਾਂ ਉਹਦਾ ਨਾਮ ਹੈ ਅਫਗਾਨਿਸਤਾਨ। ਠੀਕ ਹੈ, ਸੋ ਅਫਗਾਨਿਸਤਾਨ ਦੀ ਜਿਹੜੀ ਸੀਮਾ ਲੱਗਦੀ ਹੈ ਉਹ 106 ਕਿਲੋਮੀਟਰ ਲੱਗਦੀ ਹੈ। ਕਈ ਜਗ੍ਹਾਵਾਂ ਦੇ ਵਿੱਚ ਤੁਹਾਨੂੰ 101 ਕਿਲੋਮੀਟਰ ਵੀ ਮਿਲ ਜੂਗਾ ਦੇਖਣ ਨੂੰ, ਕਈ ਜਗ੍ਹਾ ਤੇ 105 ਵੀ ਮਿਲ ਜਾਂਦਾ ਹੈ, ਬਟ ਬੁੱਕਸ ਦੇ ਅਕੋਰਡਿੰਗ ਕਈ ਜਗ੍ਹਾ ਦੇ ਉੱਪਰ 106 ਹੈਗਾ। ਓਕੇ, ਤੇ ਸਭ ਤੋਂ ਘੱਟ ਹੈ, ਧਿਆਨ ਰੱਖਣਾ। ਅਤੇ ਵਰਤਮਾਨ ਸਮੇਂ ਨਾ ਇਹਦੇ ਵਿੱਚ ਇੱਕ ਚੇਂਜ ਹੋਇਆ ਹੈ ਕਿ ਪਹਿਲਾਂ ਇਸ ਖੇਤਰ ਦੇ ਨਾਲ ਜੰਮੂ ਕਸ਼ਮੀਰ ਲੱਗਦਾ ਹੁੰਦਾ ਸੀ, ਜੰਮੂ ਕਸ਼ਮੀਰ ਰਾਜ ਇਸ ਦੇ ਨਾਲ ਲੱਗਦਾ ਹੁੰਦਾ ਸੀਗਾ ਪਹਿਲਾਂ। ਕਦੋਂ? 25 ਜਨਵਰੀ 2020 ਤੋਂ ਪਹਿਲਾਂ। ਪਰ ਇਸ ਤੋਂ ਬਾਅਦ ਜੰਮੂ ਕਸ਼ਮੀਰ ਨੂੰ 2 ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ ਹੈ। ਇੱਕ ਤਾਂ ਹੈ ਜੰਮੂ ਐਂਡ ਕਸ਼ਮੀਰ ਤੇ ਦੂਸਰਾ ਹੈ ਲਦਾਖ। ਓਕੇ, ਇਹਨਾਂ 2 ਖੇਤਰਾਂ ਦੇ ਵਿੱਚ ਵੰਡ ਦਿੱਤਾ ਹੈ, ਜਿਹਦੇ ਕਾਰਨ ਕਰਕੇ ਹੁਣ ਅਫਗਾਨਿਸਤਾਨ ਦੇ ਨਾਲ 106 ਕਿਲੋਮੀਟਰ ਦੀ ਜਿਹੜੀ ਲਾਈਨ ਬਣਦੀ ਹੈ, ਬਾਉਂਡਰੀ ਬਣਦੀ ਹੈ, ਉਹ ਲਦਾਖ ਦੇ ਨਾਲ ਹੈ, ਨਾ ਕਿ ਜੰਮੂ ਕਸ਼ਮੀਰ ਦੇ ਨਾਲ। ਓਕੇ, ਤੇ ਇੱਥੇ ਕਨਫਿਊਜ਼ ਨਾ ਹੋ ਜਾਣਾ। ਹੁਣ ਜੰਮੂ ਕਸ਼ਮੀਰ ਜਿਹੜਾ ਹੈ ਉਹ ਕੱਲਾ ਪਾਕਿਸਤਾਨ ਦੇ ਨਾਲ ਹੀ ਲੱਗਦਾ ਹੈ, ਬਟ ਲਦਾਖ ਜਿਹੜਾ ਹੈ ਉਹ ਅਫਗਾਨਿਸਤਾਨ ਦੇ ਨਾਲ ਲੱਗਦਾ ਹੈ। ਇਸ ਚੀਜ਼ ਨੂੰ ਕਲੀਅਰ ਕਰ ਲੈਣਾ। ਓਕੇ, ਨੈਕਸਟ ਹੈ ਜੀ, ਬੰਗਲਾਦੇਸ਼ ਨਾਲ ਭਾਰਤ ਦੀ ਕਿੰਨੇ ਕਿਲੋਮੀਟਰ ਲੰਬੀ ਰੇਖਾ ਲੱਗਦੀ ਹੈ ਜੀ? ਸੋ ਆਪਸ਼ਨ 1 ਹੈ ਜੀ 237 ਕਿਲੋਮੀਟਰ, ਆਪਸ਼ਨ 2 ਹੈ 2300 ਕਿਲੋਮੀਟਰ, ਆਪਸ਼ਨ 3 ਹੈ 4096 ਕਿਲੋਮੀਟਰ ਅਤੇ ਆਪਸ਼ਨ 4 ਹੈ ਜੀ 3488 ਕਿਲੋਮੀਟਰ। ਤਾਂ ਬੰਗਲਾਦੇਸ਼ ਜਿਹੜਾ ਹੈ ਇਹ ਭਾਰਤ ਦੇ ਨਾਲ ਸਭ ਤੋਂ ਲੰਬੀ ਅੰਤਰਰਾਸ਼ਟਰੀ ਸੀਮਾ ਜਿਹੜੀ ਬਣਾਉਂਦਾ ਹੈ, ਅਤੇ ਇਹਦੀ ਜਿਹੜੀ ਲੰਬਾਈ ਹੈ ਉਹ ਹੈ ਜੀ 4096 ਕਿਲੋਮੀਟਰ। ਓਕੇ, ਇਹ ਸਭ ਤੋਂ ਜ਼ਿਆਦਾ ਹੈਗੀ ਤੇ ਸਭ ਤੋਂ ਘੱਟ ਜਿਹੜੀ ਹੈ ਅਫਗਾਨਿਸਤਾਨ ਦੀ ਹੈਗੀ ਸੀਗੀ। ਓਕੇ, ਤਾਂ ਚੀਨ ਦੀ ਵੀ ਤੁਸੀਂ ਦੇਖ ਲੈਣਾ ਹੈ ਕਿ ਚੀਨ ਦੀ ਕਿੰਨੀ ਹੈ। ਤਾਂ ਚੀਨ ਦੀ ਜਿਹੜੀ ਬਾਉਂਡਰੀ ਲੱਗਦੀ ਹੈ ਉਹ 3488 ਕਿਲੋਮੀਟਰ ਲੱਗਦੀ ਹੈ ਜੀ। ਓਕੇ, ਵੈਸੇ ਤੁਹਾਨੂੰ ਕੁਐਸਚਨ ਵੀ ਮਿਲ ਜਾਣਗੇ ਅੱਗੇ। ਪਾਕਿਸਤਾਨ ਦੀ ਜਿਹੜੀ ਹੈ ਬਾਉਂਡਰੀ ਲੱਗਦੀ ਹੈ ਭਾਰਤ ਦੇ ਨਾਲ, ਇਹਦੀ ਲੰਬਾਈ ਹੈ ਜੀ 3300 ਪਾਕਿਸਤਾਨ ਦੀ ਜਿਹੜੀ ਲੰਬਾਈ ਹੈ ਜੀ ਇਹ ਹੈ ਜੀ 3323 ਕਿਲੋਮੀਟਰ। ਓਕੇ ਜੀ, ਇਸ ਤੋਂ ਬਾਅਦ ਨੇਪਾਲ ਆ ਜਾਂਦਾ ਹੈ ਜੀ। ਤਾਂ ਨੇਪਾਲ ਦੀ ਜਿਹੜੀ ਬਾਉਂਡਰੀ ਲੱਗਦੀ ਹੈ ਜੀ 1751 ਕਿਲੋਮੀਟਰ। ਓਕੇ, ਔਰ ਨੇਪਾਲ ਤੋਂ ਬਾਅਦ ਮਿਆਂਮਾਰ ਆ ਜਾਂਦਾ ਹੈ ਜੀ। ਮਿਆਂਮਾਰ ਦੀ ਜਿਹੜੀ ਲੰਬਾਈ ਹੈ ਭਾਰਤ ਦੇ ਨਾਲ ਲੱਗਦੀ ਉਹ ਹੈ ਜੀ 1643 ਕਿਲੋਮੀਟਰ। ਅਤੇ ਭੂਟਾਨ ਜਿਹੜਾ ਹੈ ਇਹਦੀ ਬਾਉਂਡਰੀ ਲੱਗਦੀ ਹੈ ਜੀ ਭਾਰਤ ਦੇ ਨਾਲ 699 ਕਿਲੋਮੀਟਰ। ਓਕੇ, ਐਂਡ ਇਸ ਤੋਂ ਇਲਾਵਾ ਅਫਗਾਨਿਸਤਾਨ ਆ ਜਾਂਦਾ ਹੈ ਜੀ। ਅਫਗਾਨਿਸਤਾਨ ਦੀ ਜਿਹੜੀ ਬਾਉਂਡਰੀ ਲੱਗਦੀ ਹੈ 106 ਕਿਲੋਮੀਟਰ, ਇਹ ਆਪਾਂ ਪਹਿਲਾਂ ਵੀ ਗੱਲ ਕਰ ਲਈ ਸੀਗੀ। ਓਕੇ, ਔਰ ਇੱਕ ਵੱਧ ਜਾਂਦਾ ਹੈ ਜੀ ਸਾਡਾ ਬੰਗਲਾਦੇਸ਼, ਇਹਦੀ ਲੱਗਦੀ ਹੈ ਜੀ 4096 ਕਿਲੋਮੀਟਰ, ਜੋ ਕਿ ਸਭ ਤੋਂ ਵੱਧ ਹੈ।
ओके, ये 7 देश जिहड़े है भारत दे नाल लगदे हैगे ने। ये भी पॉइंट नाल याद कर लेना है कि इन्हां 7 देशां दे नाल भारत दे ना 17 राज जिहड़े आ टच करदे हैगे ने। भारत दे 17 राज इस नूं जिहड़ा है टच करदे हैगे ने। 7 देश साडे भारत नूं टच करदे ने, बट इन्हां सारिआं नूं साडे भारत दे 17 राज जिहड़े आ टच करदे ने। किन्निਆਂ ਦੇ ਵਿੱਚੋਂ जी 28 ਦੇ ਵਿੱਚੋਂ 28 राज साडे टोटल ने, उन्हां दे ਵਿੱਚੋਂ 17 राज इन्हां दे नाल ही अपनी बाउंड्री बनाउंदे हैगे ने। ओके, नैक्सट है जी पाकिस्तान के नाल भारत की किन्ने किलोमीटर सीमा लगती है। ऑप्शन 1 है 1751, ऑप्शन 2 है 1643, ऑप्शन 3 है 699 और ऑप्शन 4 है 3323 किलोमीटर। सो ये हुण सारिआं नूं आउंदा ही होऊगा। 3323 किलोमीटर जिहड़ी है लंबाई बनती है जी पाकिस्तान के नाल। ओके, अते इन्हां दोनों के विचकार जिहड़ियां लाइनां ने ना की कहा जाता इन्हां दी बाउंड्री नूं आपां नैक्सट क्लास दे विच डिस्कस करांगे, क्योंकि उस तो पहलां थ्योरी करांगे इसकी कि किहड़ी लाइन नूं क्यों कहा जाता है, किहने बनाई है, कदों बनाई है, सब कुछ थ्योरी च मिलूगा तुहानूं जो तुहानूं पेड ग्रुप च ही मिलणगे। ओके, नैक्सट है जी 17 नंबर हेठ लिखिਆਂ ਵਿੱਚੋਂ किस दी सीमा भारत ਦੇ ਨਾਲ नहीं लगती। ऑप्शन 1 है पाकिस्तान, ऑप्शन 2 है नेपाल, ऑप्शन 3 है श्रीलंका और ऑप्शन 4 है म्यांमार। किहड़ी सीमा भारत दे नाल नहीं लगती, किहड़े देश की? पाकिस्तान की लगती है, आपां पहले ही गल कर ली है। नेपाल की लगती है, ठीक है, म्यांमार की लगती है, बट श्रीलंका की बाउंड्री साडे भारत दे नाल नहीं लगती। तुसीं कहोगे कि है तो है, पर लगती क्यों नाल? इहदा कारण है कि इस खेत्र दे विच ना पल्क स्ट्रेट पाया जाता है, जो लास्ट पीटेट के पेपर दे विच पुछया गया है तो बहुतिਆਂ नूं नहीं आउंदा सी। ओके, ये जिहड़ा स्ट्रेट है, ठीक है, जिन्होंने पंजाबी दे विच असीं जल डमरू कह दिंदे आ। ये एक छोटा जिहा पुल हुंदा है, छोटी जी नदी हुंदी है, ठीक है, मतलब कह सकते हैं नहर की तरह हुंदी है। ये वख करती है किसनूं? भारत ते श्रीलंका नूं, जिहदे कारण करके इहदी बाउंड्री जिहड़ी है वो टच नहीं करती भारत नूं। ओके, और इस नूं जोड़िया गया है किस तरीके दे नाल? राम सेतु ब्रिज दे नाल, इहदे नाल असीं जुड़दे हैगे। ओके, राम सेतु ब्रिज इहदे कारण करके असीं जुड़े हुए हैं इहदे नाल। सो ये भी याद रखना है कि इसे खेत्र दे विच पैंदा है। इत्थे एक होर चीज़ पाई जाती है इसे खेत्र दे विच, बे ऑफ मन्नार, मन्नार की खाड़ी भी इत्थे पाई जाती है। बे ऑफ मन्नार इसे खेत्र दे विच मिलती है। ओके, 2-3 चीज़ां ने जिहड़ियां इत्थे हैगियां। राम सेतु पुल आ जाता है, पल्क स्टेट आ जाता है जो भारत ते श्रीलंका नूं वख करता है। नोट कर लेना बई, इंडिया एंड श्रीलंका नूं डिवाइड करता है। ये चीज़ बहुत बहुत ज़्यादा इंपॉर्टेंट है। ਅਤੇ ਇੱਥੇ ही नाल बे ऑफ मन्नार भी पाई जाती है जो कि भारत ਤੇ श्रीलंका ਨੂੰ ਵੱਖ ਵੀ ਕਰਦੀ ਹੈਗੀ ਆ। ਨੈਕਸਟ ਹੈ जी सो राइट आंसर सी रहूगा। नैक्सट है जी 18 नंबर, भारत के नाल चीन की किन्ने किलोमीटर सीमा लगती है। ऑप्शन 1 है 3488, ऑप्शन 2 है 1751, ऑप्शन 3 है 106 किलोमीटर, ऑप्शन 4 है जी 134 किलोमीटर। सो ये भी सारा नौ हो 3488 किलोमीटर जी बाउंड्री लगती है जी भारत के नाल चीन की। नैक्सट है जी भारत में 2 भागों के किहड़ी रेखा बनती है। ऑप्शन 1 है कर्क रेखा, ऑप्शन 2 है मकर रेखा, ऑप्शन 3 है भूमध्य रेखा और ऑप्शन 4 है आर्कटिक सर्कल। तो भारत में 2 भागों के किहड़ी रेखा बनती है। सो इसका राइट आंसर पहला आप लभ लईए, फिर उस तो बाद अगे इन्हां बारे भी डिफाइन करते हाँ। सो कर्क रेखा है जी वो करती है जी भारत में 2 भागों के डिवाइड। ओके, ये भी डिफाइन कर देवां कि किहड़ी कर्क रेखा है, किहड़ी मकर रेखा है, कित्थे स्थित है, की विशेषता है, सब कुछ आ जाऊगा इहदे विच। ओके, जिहड़ी लाइन धरती के बिल्कुल विचकार दी निकलती है 0 डिग्री के उपर स्थित है, इनू कहा जाता है इक्वेटर। ओके, इक्वेटर किहड़ी है? ये है जी भूमध्य रेखा, जिथे दिन अते रात जिहड़े आ वो बराबर हुंदे हैगे नेगे, दिन अते रात बराबर हुंदे ने। यह है भूमध्य रेखा। इत्थे सूरज दीयां किरणां हमेशा सिद्धियां पैंदियां हैगियां ने। ओके, इस तो उत्तर दे विच 0 डिग्री के उत्तर दे विच पैंदी है जी 23.5 डिग्री नॉर्थ वाला पॉइंट, जिन्हों की कहा जाता है जी ट्रॉपिक ऑफ कैंसर। ओके, पंजाबी दे विच असीं कह दिंदे हां जी इसनूं कर्क रेखा, ये वाली जिहड़ी साडे भारत नूं 2 भागां दे विच बनदी है। इत्थे ही साडा भारत पैंदा है। ओके, ते भारत दे 8 स्टेट्स दे विचों दी गुजरदी हैगी आ। ये भी याद रखना है 23.5 डिग्री नॉर्थ वाले पॉइंट दे विच है। ओके, इत्थे भी याद रखना है कि 23.5 डिग्री के उपर 21 जून नूं सब तो वड्डा दिन हुंदा है, लॉन्गेस्ट डे हुंदा है। ओके, ये भी नोट कर लेना। अगला है जी साडी नीचे वाली लाइन जिहड़ी कि 23.5 डिग्री साउथ वाले पॉइंट दे विच है, इनू कहा जाता है जी ट्रॉपिक ऑफ कैप्रिकॉर्न। ट्रॉपिक ऑफ कैप्रिकॉर्न कहते हैं इसनूं जी। ओके,
और ये कित्थे स्थित है जी, इस वाले खेत्र ਦੇ ਜਾਨੀ कि 0 डिग्री ਦੇ ਸਾਊਥ ਦੇ ਵਿੱਚ ਹੈ ਅਤੇ ਇਹਨੂੰ ਪੰਜਾਬੀ ਦੇ ਵਿੱਚ ਅਸੀਂ ਕਹਿੰਦੇ ਆ ਮਕਰ ਰੇਖਾ। ਇਹ ਨਿਕਲਦੀ ਆ ਆਸਟ੍ਰੇਲੀਆ ਦੇ ਵਿੱਚੋਂ ਦੀ। ਓਕੇ, ਔਰ ਇੱਥੇ ਸਭ ਤੋਂ ਵੱਡਾ ਦਿਨ ਹੁੰਦਾ ਹੈ ਜੀ 22 ਦਸੰਬਰ ਨੂੰ। ਓਕੇ, 22 ਦਸੰਬਰ ਜੁੜ ਕੇ ਹੁਣ ਨਿਕਲ ਕੇ ਗਿਆ ਹੈ। ਇਸ ਦਿਨ ਇੱਥੇ ਸਭ ਤੋਂ ਵੱਡਾ ਜਿਹੜਾ ਹੈ ਦਿਨ ਹੁੰਦਾ ਹੈ ਜੀ, ਇਹ ਵੀ ਯਾਦ ਰੱਖਣਾ ਹੈ। ਇਹਨਾਂ ਦੇ ਓਪੋਜ਼ਿਟ ਹੀ ਛੋਟੇ ਦਿਨ ਹੋ ਜਾਣਗੇ। 21 ਜੂਨ ਨੂੰ ਜਿਹੜਾ ਹੈ ਨਾ ਕਰਕ ਰੇਖਾ ਦੇ ਉੱਪਰ ਸਭ ਤੋਂ ਵੱਡਾ ਹੋਊਗਾ ਤੇ ਇਸੇ ਤਰੀਕੇ ਨਾਲ ਮਕਰ ਰੇਖਾ ਤੇ ਸਭ ਤੋਂ ਛੋਟਾ ਹੋਊਗਾ। ਇੱਥੇ 22 ਦਸੰਬਰ ਨੂੰ ਸਭ ਤੋਂ ਵੱਡਾ ਦਿਨ ਹੋਊਗਾ ਤੇ ਸਾਡੇ ਭਾਰਤ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਛੋਟਾ ਦਿਨ ਹੋਊਗਾ, ਬਸ ਓਪੋਜ਼ਿਟ ਹੋਊਗਾ। ਓਕੇ, ਇੱਕ ਹੋਰ ਲਾਈਨ ਵੀ ਲਿਖ ਲੈਣਾ ਕਿ ਇਹ ਤਿੰਨੋਂ ਰੇਖਾਵਾਂ ਕਿਹੜੇ ਕੰਟੀਨੈਂਟ ਦੇ ਵਿੱਚੋਂ ਨਿਕਲਦੀਆਂ ਨੇ, ਤਾਂ ਇਹ ਅਫਰੀਕਾ ਦੇ ਵਿੱਚੋਂ ਦੀ ਨਿਕਲਦੀਆਂ ਹੈਗੀਆਂ ਨੇ। ਅਫਰੀਕਾ ਦੇ ਵਿੱਚੋਂ ਦੀ, ਜੋ ਕਿ ਸਭ ਤੋਂ ਵੱਡਾ ਮਹਾਂਦੀਪ ਹੈ, ਇੱਥੋਂ ਦੀ ਨਿਕਲਦੀਆਂ ਹੈਗੀਆਂ ਨੇ। ਸੌਰੀ, ਕਾਫੀ ਵੱਡਾ ਸਾਈਜ਼ ਹੈ ਇਸਦਾ, ਸਾਡੇ ਏਸ਼ੀਆ ਨਾਲ ਛੋਟਾ ਹੈ, ਠੀਕ ਹੈ, ਬਟ ਵੱਡਾ ਮੰਨਿਆ ਜਾਂਦਾ ਹੈ। ਧਿਆਨ ਰੱਖਣਾ ਕਿ ਇੱਥੇ ਜਿਹੜਾ ਕਹਿ ਸਕਦੇ ਹੈਗੇ ਕਰਕ ਰੇਖਾ, ਭੂਮਧ ਰੇਖਾ ਤੇ ਮਕਰ ਰੇਖਾ, ਇਹ ਤਿੰਨੋਂ ਹੀ ਗੁਜ਼ਰਦੇ ਨੇ ਅਫਰੀਕਾ ਦੇ ਵਿੱਚੋਂ। ਇੱਕੋ ਇੱਕ ਇਹੋ ਜਿਹਾ ਕੰਟੀਨੈਂਟ ਹੈ। ਓਕੇ ਜੀ, ਆਰਕਟਿਕ ਸਰਕਲ ਜਿਹੜਾ ਹੈ ਇਹ ਅੱਗੇ ਪੈ ਜਾਂਦਾ ਹੈ 66.5 ਡਿਗਰੀ ਨਾਰਥ ਦੇ ਵਿੱਚ। ਓਕੇ, ਨੀਚਲੀ ਸਾਈਡ ਤੇ ਜਿਹੜਾ ਹੈ ਅੰਟਾਰਕਟਿਕਾ ਆ ਜਾਂਦਾ ਹੈ 66.5 ਡਿਗਰੀ ਦੇ ਉੱਪਰ। ਤਾਂ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਆ ਜਾਂਦੀਆਂ, ਠੀਕ ਹੈ। ਸਾਡੇ ਭਾਰਤ ਨੂੰ ਦੋ ਭਾਗਾਂ ਦੇ ਵਿੱਚ ਵੰਡਣ ਵਾਲੀ ਰੇਖਾ ਦਾ ਨਾਮ ਸੀ ਜੀ ਕਰਕ ਰੇਖਾ। ਨੈਕਸਟ ਹੈ ਜੀ, ਕਰਕ ਰੇਖਾ ਸਥਿਤ ਹੈ ਆਪਸ਼ਨ 1 ਹੈ 23.5 ਡਿਗਰੀ ਦੱਖਣ, ਆਪਸ਼ਨ 2 ਹੈ 23.5 ਡਿਗਰੀ ਉੱਤਰ, ਆਪਸ਼ਨ 3 ਹੈ 23.5 ਡਿਗਰੀ ਪੱਛਮ ਅਤੇ ਆਪਸ਼ਨ 4 ਹੈ ਜੀ 23.5 ਡਿਗਰੀ ਪੂਰਬ। ਸਿੱਧਾ ਹੁਣੇ ਦੱਸਿਆ ਹੈ 23.5 ਡਿਗਰੀ ਉੱਤਰ ਦੇ ਵਿੱਚ ਸਥਿਤ ਹੈ ਜੀ, ਟ੍ਰੋਪਿਕ ਆਫ ਕੈਂਸਰ। ਨੈਕਸਟ ਹੈ ਜੀ, ਭਾਰਤ ਦੇ ਕਿੰਨੇ ਰਾਜਾਂ ਦੇ ਵਿੱਚੋਂ ਦੀ ਕਰਕ ਰੇਖਾ ਨਿਕਲਦੀ ਹੈ? ਸੋ ਆਪਸ਼ਨ 1 ਹੈ ਜੀ 7 ਦੇ ਵਿੱਚੋਂ ਦੀ, ਆਪਸ਼ਨ 2 ਹੈ 9 ਦੇ ਵਿੱਚੋਂ ਦੀ, ਆਪਸ਼ਨ 3 ਹੈ ਜੀ 5 ਦੇ ਵਿੱਚੋਂ ਦੀ ਅਤੇ ਆਪਸ਼ਨ 4 ਹੈ 8। ਸੇ ਵੀ ਦੱਸ ਚੁੱਕੇ ਹਾਂ 8 ਰਾਜਾਂ ਦੇ ਵਿੱਚੋਂ ਦੀ ਗੁਜ਼ਰਦੀ ਹੈ ਜੀ ਕਰਕ ਰੇਖਾ, ਟ੍ਰੋਪਿਕ ਆਫ ਕੈਂਸਰ 23.5 ਡਿਗਰੀ ਵਾਲੀ। ਨੈਕਸਟ ਹੈ ਜੀ, ਭਾਰਤ ਦੇ ਕਿਹੜੇ ਰਾਜ ਦੇ ਵਿੱਚ ਕਰਕ ਰੇਖਾ ਨਹੀਂ ਗੁਜ਼ਰਦੀ? ਆਪਸ਼ਨ 1 ਹੈ ਪੱਛਮੀ ਬੰਗਾਲ, ਆਪਸ਼ਨ 2 ਹੈ ਤ੍ਰਿਪੁਰਾ, ਆਪਸ਼ਨ 3 ਹੈ ਝਾਰਖੰਡ ਅਤੇ ਆਪਸ਼ਨ 4 ਹੈ ਜੀ ਆਂਧਰਾ ਪ੍ਰਦੇਸ਼। ਸੋ ਕਿਹੜੇ ਰਾਜ ਦੇ ਵਿੱਚੋਂ ਦੀ ਜਿਹੜਾ ਕਹਿ ਸਕਦੇ ਹੈਗੇ ਆਂਗੇ ਕਰਕ ਰੇਖਾ ਨਹੀਂ ਗੁਜ਼ਰਦੀ, ਆਪਾਂ ਇਸ ਦੇ ਉੱਪਰ ਟਿਕ ਕਰਨੀ ਹੈ। ਸੋ ਪੱਛਮੀ ਬੰਗਾਲ ਹੈ, ਕਿਹੜੇ ਕਿਹੜਿਆਂ ਦੇ ਵਿੱਚੋਂ ਨਿਕਲਦੀ ਹੈ? ਸੋ ਧਿਆਨ ਨਾਲ ਨੋਟ ਕਰਨਾ। ਸੋ ਭਾਰਤ ਦੇ 8 ਰਾਜਾਂ ਦੇ ਵਿੱਚੋਂ ਦੀ ਗੁਜ਼ਰਦੀ ਹੈ। ਸੋ ਕਿਹੜੇ ਕਿਹੜੇ ਨੇ, ਪਹਿਲਾਂ ਆਪਾਂ ਇਸ ਨੂੰ ਡਿਸਕਸ ਕਰ ਲਈਏ। ਸੋ ਪਹਿਲਾ ਹੈ ਜੀ, ਪਹਿਲਾ ਰਾਜ ਹੈ ਜੀ ਗੁਜਰਾਤ। ਓਕੇ, ਦੂਸਰਾ ਰਾਜ ਹੈ ਜੀ ਰਾਜਸਥਾਨ, ਜਿੱਥੋਂ ਦੀ ਟ੍ਰੋਪਿਕ ਆਫ ਕੈਂਸਰ ਗੁਜ਼ਰਦੀ ਹੈ। ਤੀਸਰਾ ਰਾਜ ਹੈ ਜੀ ਮੱਧ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਚੌਥਾ ਰਾਜ ਹੈ ਜੀ ਛੱਤੀਸਗੜ੍ਹ, ਛੱਤੀਸਗੜ੍ਹ। ਓਕੇ, और पंजवां राज है जी झारखंड, झारखंड ਅਤੇ छेवां राज है जी वैस्ट बंगाल। ओके, ਅਤੇ 7वां राज है जी त्रिपुरा ਅਤੇ 8वां राज है जी मिजोरम। ओके, इन्हां राजां दे विचों दी जिहड़ी है ट्रॉपिक ऑफ कैंसर जिहड़ी है वो गुजरदी हैगी ਅਤੇ ध्यान रखना ਹੁਣ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈ। ਤਾਂ ਇਸੇ ਪੱਛਮੀ ਬੰਗਾਲ ਜਿਹੜਾ ਹੈ ਇਹ ਪਿਆ ਹੈ ਆਪਸ਼ਨ ਦੇ ਵਿੱਚ, ਤ੍ਰਿਪੁਰਾ ਜਿਹੜਾ ਹੈ ਇਹ ਵੀ ਆਪਸ਼ਨ ਦੇ ਵਿੱਚ ਪਿਆ ਹੈ, ਆਪਾਂ ਹੁਣੇ ਦੇਖਿਆ ਹੈ। ਝਾਰਖੰਡ ਜਿਹੜਾ ਹੈ ਇਹ ਵੀ ਇਹਦੇ ਵਿੱਚ ਇਨਕਲੂਡ ਹੈ, ਬਟ ਆਂਧਰਾ ਪ੍ਰਦੇਸ਼ ਇਸ ਦੇ ਵਿੱਚ ਸ਼ਾਮਲ ਨਹੀਂ ਹੈ। ਇਸੇ ਕਰਕੇ ਕਰਕ ਰੇਖਾ ਭਾਰਤ ਦੇ ਵਿੱਚੋਂ ਫਿਰ ਆਂਧਰਾ ਪ੍ਰਦੇਸ਼ ਦੇ ਵਿੱਚੋਂ ਦੀ ਨਹੀਂ ਨਿਕਲਦੀ ਹੈਗੀ। ਨੈਕਸਟ ਹੈ ਜੀ 23 ਨੰਬਰ, ਭਾਰਤ ਦੀ ਇੰਡੀਅਨ ਸਟੈਂਡਰਡ ਟਾਈਮ ਲਾਈਨ ਸਥਿਤ ਹੈ। ਆਪਸ਼ਨ 1 ਹੈ 26 ਡਿਗਰੀ ਉੱਤਰ ਦੇ ਵਿੱਚ, ਆਪਸ਼ਨ 2 ਹੈ 82 ਡਿਗਰੀ ਪੂਰਬ, ਆਪਸ਼ਨ 3 ਹੈ 45 ਡਿਗਰੀ ਦੱਖਣ, ਆਪਸ਼ਨ 4 ਹੈ ਜੀ 167 ਡਿਗਰੀ ਪੱਛਮ। ਇੰਡੀਅਨ ਸਟੈਂਡਰਡ ਟਾਈਮ ਲਾਈਨ, ਜਿਹਨੂੰ ਅਸੀਂ ਸ਼ਾਰਟ ਦੇ ਵਿੱਚ IST ਵੀ ਕਹਿ ਦਿੰਦੇ ਹੈਗੇ ਆ। ਓਕੇ, ਇਹ ਉਹ ਲਾਈਨ ਹੈ ਜਿੱਥੋਂ ਸਾਡੇ ਭਾਰਤ ਦਾ ਜਿਹੜਾ ਟਾਈਮ ਹੈ ਸੈੱਟ ਕੀਤਾ ਜਾਂਦਾ ਹੈ। ਓਕੇ, ਇਸੇ ਕਾਰਨ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਭਾਰਤ ਦੀ ਜਿਹੜੀ ਟਾਈਮ ਲਾਈਨ ਹੈ ਇਹ ਹੈ ਜੀ 82 ਡਿਗਰੀ ਪੂਰਬ ਦੇ ਵਿੱਚ। ਇੱਕ ਹੈ 0 ਡਿਗਰੀ ਲੌਂਗੀਟਿਊਡ, ਇਹ ਹੈ ਜੀ ਸਾਡੇ ਪੂਰੇ ਸੰਸਾਰ ਦਾ ਟਾਈਮ ਸੈੱਟ ਕਰਨ ਵਾਲੀ ਲਾਈਨ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਪ੍ਰਾਈਮ ਮੈਡੀਟੇਰੀਅਨ। ਠੀਕ ਹੈ, ਇਹ ਇੰਟਰਨੈਸ਼ਨਲ ਜਿਹੜਾ ਕਹਿ ਸਕਦੇ ਹੈਗੇ ਟਾਈਮ ਲਾਈਨ ਹੈਗੀ ਇੰਟਰਨੈਸ਼ਨਲ ਟਾਈਮ ਲਾਈਨ। ਓਕੇ, ਇੱਥੋਂ ਸਾਰੇ ਸੰਸਾਰ ਦਾ ਟਾਈਮ ਸੈੱਟ ਕੀਤਾ ਜਾਂਦਾ ਹੈ। ਇਸ 0 ਡਿਗਰੀ ਤੋਂ ਈਸਟ ਵਾਲੀ ਕੰਟਰੀ ਦੇ ਵਿੱਚ ਜਿਹੜਾ ਟਾਈਮ ਹੈ ਉਹ ਪਲੱਸ ਹੋਊਗਾ ਅਤੇ ਵੈਸਟ ਵਾਲੀ ਕੰਟਰੀ ਦੇ ਵਿੱਚ ਜਿਹੜਾ ਟਾਈਮ ਹੈ ਉਹ ਮਾਈਨਸ ਹੋਊਗਾ। ਓਕੇ, ਹੁਣ ਅਸੀਂ 0 ਡਿਗਰੀ ਤੋਂ ਭਾਰਤ ਦਾ ਜਿਹੜਾ ਸਾਡਾ ਉਹ ਈਸਟ ਦੇ ਵਿੱਚ ਪੈਂਦਾ ਹੈ ਅਤੇ 0 ਡਿਗਰੀ ਦੇ ਵਿੱਚ ਜੇਕਰ 1 ਵੱਜਿਆ ਹੋਇਆ ਹੈ ਤਾਂ ਸਾਡੇ ਭਾਰਤ ਦੇ ਵਿੱਚ 82 ਡਿਗਰੀ ਦੇ ਅਨੁਸਾਰ ਕਿੰਨੇ ਵੱਜਣਗੇ, ਇਹੋ ਜਿਹੇ ਕੁਐਸਚਨ ਵੀ ਆਉਂਦੇ ਹੈਗੇ ਨੇ। ਠੀਕ ਹੈ, ਹੁਣ ਇਹ ਯਾਦ ਰੱਖਣਾ ਹੈ ਕਿ ਲੌਂਗੀਟਿਊਡ 1 ਡਿਗਰੀ ਤੋਂ ਦੂਸਰੀ ਡਿਗਰੀ ਦੇ ਉੱਪਰ ਜਾਣ ਤੇ ਉੱਤੇ ਸਾਨੂੰ 4 ਮਿੰਟਾਂ ਦਾ ਸਮਾਂ ਲੱਗਦਾ ਹੈ।
ਤੇ ਸਾਡਾ ਭਾਰਤ 82.5 ਡਿਗਰੀ ਦੇ ਉੱਪਰ ਸਥਿਤ ਹੈਗਾ ਗਾ। ਠੀਕ ਹੈ, ਤੇ ਇਸੇ ਤਰੀਕੇ ਦੇ ਨਾਲ ਅਸੀਂ 82.5 ਨੂੰ ਜਿਹੜਾ ਹੈ 5 ਦੇ ਨਾਲ ਉਹ ਕਰਾਂਗੇ ਗੁਣਾ, ਓਕੇ, ਕਿਉਂਕਿ ਪੁਆਇੰਟਸ ਦੇ ਵਿੱਚ ਬਣੂਗਾ 4 ਦੇ ਨਾਲ ਗੁਣਾ ਕਰਾਂਗੇ ਤੇ ਟੋਟਲ ਬਣ ਜਾਣਗੇ 330 ਮਿੰਟ। ਓਕੇ, 330 ਮਿੰਟ ਤੇ 330 ਮਿੰਟ ਬਣ ਜਾਂਦੇ ਹੈਗੇ ਆ ਤੇ 1 ਘੰਟੇ ਦੇ ਵਿੱਚ 60 ਮਿੰਟ ਹੁੰਦੇ ਹੈਗੇ ਆ। ਓਕੇ, ਜਦੋਂ ਅਸੀਂ ਉਸ ਦੇ ਨਾਲ ਇਸ ਨੂੰ ਡਿਵਾਈਡ ਕਰਾਂਗੇ ਤਾਂ ਸਾਡੇ ਕੋਲੇ ਬਣ ਕੇ ਆ ਜਾਂਦੇ ਹੈਗੇ ਆ ਜੀ 330 ਨੂੰ ਘੰਟਿਆਂ ਦੇ ਵਿੱਚ ਤਬਦੀਲ ਕਰਾਂਗੇ 5.5 ਘੰਟੇ। ਤੇ ਇਸ ਕਾਰਨ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਗ੍ਰੀਨਵਿਚ ਦੇ ਨਾਲੋਂ ਜਿਹੜਾ ਕਿ 0 ਡਿਗਰੀ ਦੇ ਉੱਪਰ ਸਥਿਤ ਹੈ, ਗ੍ਰੀਨਵਿਚ ਇੰਗਲੈਂਡ ਦੇ ਵਿੱਚ ਸਥਿਤ ਹੈ ਇਹ ਕੰਟਰੀ, ਇੱਥੋਂ ਟਾਈਮ ਸੈੱਟ ਕੀਤਾ ਜਾਂਦਾ ਹੈ, ਧਿਆਨ ਨਾਲ ਨੋਟ ਕਰ ਲੈਣਾ। ਓਕੇ, ਇੱਥੋਂ ਟਾਈਮ ਸੈੱਟ ਕੀਤਾ ਜਾਂਦਾ ਸੰਸਾਰ ਦਾ, ਔਰ ਇਸ ਦੇ ਨਾਲੋਂ ਸਾਡਾ ਭਾਰਤ ਜਿਹੜਾ ਹੈ ਉਹ 5.5 ਘੰਟੇ ਅੱਗੇ ਹੈ। ਜੇ ਇੱਥੇ 1 ਵਜੇ ਹੋਇਆ ਤਾਂ ਸਾਡੇ ਕੋਲੇ 6:30 ਦਾ ਟਾਈਮ ਹੋਊਗਾ, ਜਿੱਥੇ 12 ਵਜੇ ਹੋਇਆ ਤਾਂ ਸਾਡੇ ਕੋਲੇ 5:30 ਦਾ ਟਾਈਮ ਹੋਊਗਾ। ਓਕੇ, ਨੈਕਸਟ ਹੈ ਜੀ ਭਾਰਤ ਦੀ ਇੰਡੀਅਨ ਸਟੈਂਡਰਡ ਟਾਈਮਲਾਈਨ ਕਿੱਥੇ ਸਥਿਤ ਹੈ? ਆਪਸ਼ਨ 1 ਇਲਾਹਾਬਾਦ, ਆਪਸ਼ਨ 2 ਗੁਜਰਾਤ, ਆਪਸ਼ਨ 3 ਹੈ ਅਰੁਣਾਚਲ ਪ੍ਰਦੇਸ਼ ਅਤੇ ਆਪਸ਼ਨ 4 ਹੈ ਅਸਾਮ। ਤਾਂ ਗੁਜਰਾਤ ਇੰਡੀਅਨ ਸਟੈਂਡਰਡ ਟਾਈਮਲਾਈਨ ਜਿਹੜੀ ਹੈ ਸਾਡੇ ਭਾਰਤ ਦੇ ਵਿੱਚ ਇਲਾਹਾਬਾਦ ਦੇ ਸਥਿਤ ਹੈ, ਜਿਹੜੀ ਕਿ 82.5 ਡਿਗਰੀ ਵਾਲੇ ਪੁਆਇੰਟ ਦੇ ਵਿੱਚ ਹੁੰਦੀ ਹੈ। ਓਕੇ, ਨੈਕਸਟ ਹੈ ਜੀ 25 ਨੰਬਰ, ਭਾਰਤ ਨੂੰ ਪ੍ਰਾਇਦੀਪ ਕਿਉਂ ਕਿਹਾ ਜਾਂਦਾ ਹੈ? ਆਪਸ਼ਨ 1 ਹੈ ਹਿਮਾਲਿਆ ਕਰਕੇ, ਆਪਸ਼ਨ 2 ਹੈ ਨਦੀਆਂ ਕਰਕੇ, ਆਪਸ਼ਨ 3 ਹੈ 3 ਪਾਸਿਆਂ ਤੋਂ ਪਾਣੀ ਨਾਲ ਘਿਰੇ ਹੋਣ ਕਰਕੇ ਅਤੇ ਆਪਸ਼ਨ 4 ਹੈ ਕਰਕ ਰੇਖਾ ਕਰਕੇ। ਸੋ ਇਹ ਕੁਐਸਚਨ ਵੀ ਪੀਟੈਟ ਦੇ ਵਿੱਚ ਆਇਆ ਸੀਗਾ, ਧਿਆਨ ਨਾਲ ਨੋਟ ਕਰ ਲਿਓ। ਪ੍ਰਾਇਦੀਪ ਕਿਉਂ ਕਿਹਾ ਜਾਂਦਾ ਹੈ? ਪ੍ਰਾਇਦੀਪ ਉਸ ਖੇਤਰ ਨੂੰ ਕਿਹਾ ਜਾਂਦਾ ਹੈ ਜਿਹੜਾ ਖੇਤਰ 3 ਪਾਸਿਆਂ ਤੋਂ ਪਾਣੀ ਦੇ ਨਾਲ ਘਿਰਿਆ ਹੋਵੇ। ਸਾਡਾ ਭਾਰਤ ਦਾ ਸਾਊਥ ਵਾਲਾ ਪਾਰਟ ਜਿਹਦੇ ਵਿੱਚ ਇੱਕ ਸਾਈਡ ਦੇ ਵਿੱਚ ਅਰਬ ਸਾਗਰ ਆ ਜਾਂਦਾ ਹੈ, ਓਕੇ, ਦੂਸਰੀ ਸਾਈਡ ਦੇ ਵਿੱਚ ਜਿਹੜਾ ਹੈ ਬੰਗਾਲ ਦੀ ਖਾੜੀ ਆ ਜਾਂਦੀ ਹੈਗੀ। ਓਕੇ, ਬੰਗਾਲ ਦੀ ਖਾੜੀ ਆ ਜਾਂਦੀ ਹੈਗੀ ਹੈ ਅਤੇ ਨੀਚੇ ਵਾਲੀ ਸਾਈਡ ਦੇ ਵਿੱਚ ਹਿੰਦ ਮਹਾਸਾਗਰ ਆ ਜਾਂਦਾ ਹੈ। ਤੇ 3 ਪਾਸਿਆਂ ਤੋਂ ਜਿਹੜੇ ਖੇਤਰ ਘਿਰਿਆ ਹੁੰਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਪੈਨਸੂਲਰ ਜਾਂ ਪ੍ਰਾਇਦੀਪੀ ਖੇਤਰ। ਓਕੇ, ਪੈਨਸੂਲਰ ਜਿਹੜਾ ਖੇਤਰ ਬਣ ਜਾਂਦਾ ਹੈਗਾ। ਓਕੇ, ਮੀਨਸ ਕਿ 3 ਪਾਸਿਆਂ ਤੋਂ ਪਾਣੀ ਦੇ ਨਾਲ ਘਿਰਿਆ ਹੋਇਆ, ਇਹ ਸਹੀ ਆਨਸਰ ਬਣੂਗਾ। ਓਕੇ, ਤੇ ਜਿਹੜਾ ਖੇਤਰ ਚਾਰਾਂ ਤਰਫਾਂ ਤੋਂ ਪਾਣੀ ਦੇ ਨਾਲ ਘਿਰਿਆ ਹੁੰਦਾ ਹੈ ਉਹਨੂੰ ਕਿਹਾ ਜਾਂਦਾ ਹੈ ਆਈਲੈਂਡ ਜਾਂ ਦੀਪ ਪੰਜਾਬੀ ਦੇ ਵਿੱਚ। ਜਿਹੜਾ 3 ਪਾਸਿਆਂ ਤੋਂ ਉਹਨੂੰ ਪੈਨਸੂਲਰ ਪ੍ਰਾਇਦੀਪ ਕਹਿੰਦੇ ਆ ਤੇ ਜਿਹੜਾ 3 ਪਾਸਿਆਂ ਤੋਂ ਘਿਰਿਆ, ਚਾਰਾਂ ਪਾਸਿਆਂ ਤੋਂ ਘਿਰਿਆ ਉਹਨੂੰ ਆਈਲੈਂਡ ਕਹਿੰਦੇ ਆ। ਤਾਂ ਭਾਰਤ ਸਾਡਾ 3 ਪਾਸਿਆਂ ਤੋਂ ਘਿਰਿਆ ਹੋਇਆ ਹੈ। ਨੈਕਸਟ ਹੈ ਜੀ ਭਾਰਤ ਦੀ ਕਿਹੜੀ ਨਦੀ ਕਰਕ ਰੇਖਾ ਨੂੰ 2 ਵਾਰ ਕੱਟਦੀ ਹੈ? ਆਪਸ਼ਨ 1 ਹੈ ਗੰਗਾ ਨਦੀ, ਆਪਸ਼ਨ 2 ਹੈ ਸਵਰਨ ਰੇਖਾ, ਆਪਸ਼ਨ 3 ਹੈ ਮਾਹੀ ਨਦੀ ਅਤੇ ਆਪਸ਼ਨ 4 ਹੈ ਨਰਮਦਾ ਨਦੀ। ਤਾਂ ਕਰਕ ਰੇਖਾ ਜਿਹੜੀ ਹੈ ਉਹ 23.5 ਡਿਗਰੀ ਦੇ ਉੱਪਰ ਸਥਿਤ ਹੈਗੀ। ਓਕੇ, 23.5 ਡਿਗਰੀ ਦੇ ਉੱਪਰ ਸਥਿਤ ਹੈ ਨਾਰਥ ਦੇ ਵਿੱਚ ਅਤੇ ਇਸ ਨੂੰ ਮਾਹੀ ਨਦੀ ਜਿਹੜੀ ਹੈ ਉਹ 2 ਵਾਰ ਕ੍ਰਾਸ ਕਰਦੀ ਹੈ। ਇੱਕ ਵਾਰ ਇਧਰੋਂ ਜਾਂਦੀ ਹੈ ਫਿਰ ਉਧਰੋਂ ਆਉਂਦੀ ਹੋਈ ਦੁਬਾਰਾ ਇਸ ਤਰ੍ਹਾਂ ਟਕਰਾਉਂਦੀ ਹੈਗੀ ਆ। ਓਕੇ, ਨੈਕਸਟ ਹੈ ਜੀ ਭਾਰਤ ਨੂੰ 3 ਪਾਸਿਓਂ ਘੇਰਿਆ ਹੋਇਆ ਹੈ, ਬੰਗਾਲ ਦੀ ਖਾੜੀ ਨੇ, ਅਰਬ ਸਾਗਰ ਨੇ, ਹਿੰਦ ਮਹਾਸਾਗਰ ਨੇ ਜਾਂ ਫਿਰ ਸਾਰਿਆਂ ਨੇ। ਇਹ ਆਪਾਂ ਹੁਣੇ ਗੱਲ ਕੀਤੀ ਹੈ। ਇੱਕ ਸਾਈਡ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਭਾਰਤ ਦੇ ਅਰਬ ਸਾਗਰ ਆਉਂਦਾ ਹੈ ਪੱਛਮ ਦੇ ਵਿੱਚ। ਓਕੇ, ਪੂਰਬ ਦੇ ਵਿੱਚ ਜਿਹੜਾ ਹੈ ਬੰਗਾਲ ਦੀ ਖਾੜੀ ਆ ਜਾਂਦੀ ਹੈਗੀ ਆ ਅਤੇ ਦੱਖਣ ਦੇ ਵਿੱਚ ਜਿਹੜਾ ਭਾਰਤ ਦੇ ਵਿੱਚ ਹਿੰਦ ਮਹਾਸਾਗਰ ਆ ਜਾਂਦਾ ਹੈ। ਤੇ ਇਹ 3 ਪਾਸਿਆਂ ਤੋਂ ਪਾਣੀ ਦੇ ਨਾਲ ਘਿਰਿਆ ਹੋਇਆ, ਇਸੇ ਪ੍ਰਕਿਰਿਆ ਨੂੰ ਪ੍ਰਾਇਦੀਪੀ ਕਹਿ ਦਿੰਦੇ ਆ। ਅੰਡੇਮਾਨ ਨਿਕੋਬਾਰ ਦੀਪ ਸਮੂਹ ਸਥਿਤ ਹੈ ਬੰਗਾਲ ਦੀ ਖਾੜੀ ਦੇ ਵਿੱਚ, ਅਰਬ ਸਾਗਰ ਦੇ ਵਿੱਚ, ਹਿੰਦ ਮਹਾਸਾਗਰ ਦੇ ਵਿੱਚ ਜਾਂ ਫਿਰ ਸਾਰਿਆਂ ਦੇ ਵਿੱਚ ਹੀ। ਅੰਡੇਮਾਨ ਨਿਕੋਬਾਰ ਦੀਪ ਸਮੂਹ ਹੈ ਜੀ ਬੰਗਾਲ ਦੀ ਖਾੜੀ ਦੇ ਵਿੱਚ, ਯਾਨੀ ਕਿ ਭਾਰਤ ਦੇ ਈਸਟਰਨ ਸਾਈਡ ਦੇ ਵਿੱਚ ਸਥਿਤ ਹੈ, ਜਿਹਨੂੰ ਗ੍ਰੇਟ ਨਿਕੋਬਾਰ ਵੀ ਕਹਿ ਦਿੰਦੇ ਹੈਗੇ। ਤੇ ਗ੍ਰੇਟ ਨਿਕੋਬਾਰ ਜਿਹੜਾ ਹੈ ਇਹ ਭਾਰਤ ਦੀ ਬਾਉਂਡਰੀ ਦਾ ਆਖਰੀ ਪੁਆਇੰਟ ਬਣਦਾ ਹੈ ਸਾਊਥ ਦੇ ਵਿੱਚ। ਓਕੇ, ਜਿੱਥੇ ਕਿ ਇੰਦਰਾ ਪੁਆਇੰਟ ਜਿਹੜਾ ਹੈ ਨਾ ਸਥਿਤ ਹੈ, ਇੰਦਰਾ ਪੁਆਇੰਟ ਯਾਦ ਰੱਖਣਾ। ਨੈਕਸਟ ਹੈ ਜੀ 29 ਨੰਬਰ, ਲਕਸ਼ਦੀਪ ਸਮੂਹ ਸਥਿਤ ਹੈ। ਆਪਸ਼ਨ 1 ਹੈ ਬੰਗਾਲ ਦੀ ਖਾੜੀ ਦੇ ਵਿੱਚ, ਆਪਸ਼ਨ 2 ਹੈ ਅਰਬ ਸਾਗਰ 'ਚ, ਆਪਸ਼ਨ 3 ਹੈ ਹਿੰਦ ਮਹਾਸਾਗਰ 'ਚ ਅਤੇ ਆਪਸ਼ਨ 4 ਹੈ ਸਾਰੇ ਹੀ। ਤਾਂ ਲਕਸ਼ਦੀਪ ਜਿਹੜਾ ਹੈ ਇਹ ਅਰਬ ਸਾਗਰ ਮਹਾਦੀਪ ਦੇ ਵਿੱਚ ਸਥਿਤ ਹੈ, ਅਰਬ ਸਾਗਰ ਦੇ ਵਿੱਚ। ਨੈਕਸਟ ਹੈ ਜੀ ਭਾਰਤ ਤੇ ਸ਼੍ਰੀਲੰਕਾ ਵੱਖ ਹੁੰਦੇ ਹਨ ਹਿੰਦ ਮਹਾਸਾਗਰ ਕਰਕੇ, ਪਾਕ ਜਲਡਮਰੂ ਕਰਕੇ, ਅਰਬ ਸਾਗਰ ਕਰਕੇ ਜਾਂ ਫਿਰ ਰਾਮ ਸੇਤੂ ਪੁਲ ਕਰਕੇ। ਭਾਰਤ ਤੇ ਸ਼੍ਰੀਲੰਕਾ ਜਿਹੜੇ ਹੈ ਉਹ ਵੱਖ ਹੁੰਦੇ ਆ ਜੀ ਪਲਕ ਸਟੇਟ ਦਾ ਕਰਕੇ, ਜਿਹਨੂੰ ਪਾਕ ਜਲਡਮਰੂ ਪੰਜਾਬੀ 'ਚ ਅਸੀਂ ਕਹਿ ਦਿੰਦੇ ਹਾਂ। ਨੈਕਸਟ ਹੈ ਜੀ 31 ਨੰਬਰ, ਇੰਡੀਅਨ ਸਟੈਂਡਰਡ ਟਾਈਮ ਲਾਈਨ ਭਾਰਤ ਦੇ ਕਿੰਨੇ ਰਾਜਾਂ ਦੇ ਵਿੱਚੋਂ ਦੀ ਗੁਜ਼ਰਦੀ ਹੈ? ਸੋ ਆਪਸ਼ਨ 1 ਹੈ 5, ਆਪਸ਼ਨ 2 ਹੈ 3, ਆਪਸ਼ਨ 3 ਹੈ 2 ਅਤੇ ਆਪਸ਼ਨ 4 ਹੈ 1। ਸੋ ਕਿੰਨੇ ਰਾਜਾਂ ਦੇ ਵਿੱਚੋਂ ਦੀ ਜਿਹੜਾ ਕਹਿ ਸਕਦੇ ਹੈਗੇ ਆ 82.5 ਡਿਗਰੀ ਜਿਹੜੀ ਹੈ ਉਹ ਗੁਜ਼ਰਦੀ ਹੈ? ਤਾਂ ਭਾਰਤ ਦੇ 5 ਰਾਜਾਂ ਦੇ ਵਿੱਚੋਂ ਦੀ ਕ੍ਰਾਸ ਕਰਦੀ ਹੈ, ਜਿਹਦੇ ਵਿੱਚ ਪਹਿਲਾ ਹੈ ਜੀ ਉੱਤਰ ਪ੍ਰਦੇਸ਼, ਜਿਹਨੂੰ ਯੂਪੀ ਕਹਿ ਦਿੰਦੇ ਹਾਂ ਆਪਾਂ, ਦੂਸਰਾ ਹੈ ਜੀ ਮੱਧ ਪ੍ਰਦੇਸ਼ ਔਰ ਤੀਸਰਾ ਹੈ ਜੀ ਛੱਤੀਸਗੜ੍ਹ। ओके, और चौथा है जी उड़ीसा। ओके,
ਉੜੀਸਾ ਅਤੇ ਪੰਜਵਾਂ ਹੈ ਜੀ ਲਾਸਟ ਜਿਹੜਾ ਹੈ ਉਹ ਹੈ ਆਂਧਰਾ ਪ੍ਰਦੇਸ਼। ਇਹਨਾਂ 5 ਰਾਜਾਂ ਦੇ ਵਿੱਚੋਂ ਦੀ ਜਿਹੜੀ ਹੈ ਸਟੈਂਡਰਡ ਇੰਡੀਅਨ ਸਟੈਂਡਰਡ ਟਾਈਮ ਲਾਈਨ ਜਿਹੜੀ ਗੁਜ਼ਰਦੀ ਹੈ, ਜਿਹੜੀ ਕਿ ਸਾਡੇ 82 ਡਿਗਰੀ ਦੇ ਉੱਪਰ ਸਥਿਤ ਹੈ। ਨੈਕਸਟ ਹੈ ਜੀ 32 ਨੰਬਰ, ਇੰਡੀਅਨ ਸਟੈਂਡਰਡ ਟਾਈਮ ਲਾਈਨ ਭਾਰਤ ਤੋਂ ਇਲਾਵਾ ਹੋਰ ਕਿਹੜੇ ਦੇਸ਼ਾਂ ਦਾ ਟਾਈਮ ਨਿਰਧਾਰਿਤ ਕਰਦੀ ਹੈ ਜੀ? ਸ਼੍ਰੀਲੰਕਾ ਦਾ, ਭੂਟਾਨ ਦਾ, ਨੇਪਾਲ ਦਾ ਤੇ ਜਾਂ ਫਿਰ ਏ ਔਰ ਸੀ ਆਪਸ਼ਨ। ਸੋ ਇਹ ਡੀ ਆਂਸਰ ਸਹੀ ਰਹੂਗਾ ਜੀ। ਇਹ ਭਾਰਤ ਯਾਨੀ ਕਿ ਇੰਡੀਆ ਐਂਡ ਸ਼੍ਰੀਲੰਕਾ ਓਕੇ ਐਂਡ ਨੇਪਾਲ, ਇਹਨਾਂ ਤਿੰਨਾਂ ਦੇਸ਼ਾਂ ਦਾ ਜਿਹੜਾ ਟਾਈਮ ਹੈ ਉਹ ਸੈੱਟ ਕਰਦੀ ਹੈਗੀ ਹੈ ਇੰਡੀਅਨ ਸਟੈਂਡਰਡ ਟਾਈਮ ਲਾਈਨ। ਕਿਹੜੀ ਹੈ ਜੀ? 82.5 ਡਿਗਰੀ ਵਾਲੀ। ਓਕੇ, ਭੁੱਲਣਾ ਨਹੀਂ, ਬਾਰ-ਬਾਰ ਰਿਪੀਟ ਕਰ ਰਿਹਾ ਮੈਂ। ਨੈਕਸਟ ਹੈ ਜੀ 33 ਨੰਬਰ, ਭਾਰਤ ਦਾ ਆਕਾਸ਼ਸ਼ ਵਿਸਤਾਰ ਕਿੰਨਾ ਹੈ ਜੀ? ਆਪਸ਼ਨ 1 ਹੈ 8 ਡਿਗਰੀ 4 ਮਿੰਟ 37 ਡਿਗਰੀ 6 ਮਿੰਟ ਨਾਰਥ। ਆਪਸ਼ਨ 2 ਹੈ 56 ਡਿਗਰੀ 4 ਮਿੰਟ 77 ਡਿਗਰੀ 6 ਮਿੰਟ ਨਾਰਥ। ਆਪਸ਼ਨ 3 ਹੈ ਜੀ 18 ਡਿਗਰੀ 4 ਮਿੰਟ 67 ਡਿਗਰੀ ਤੋਂ 67 ਡਿਗਰੀ 6 ਮਿੰਟ ਨਾਰਥ। ਅਤੇ ਆਪਸ਼ਨ 4 ਹੈ ਜੀ 33 ਡਿਗਰੀ 4 ਮਿੰਟ 56 ਡਿਗਰੀ 6 ਮਿੰਟ ਨਾਰਥ। ਆਕਾਸ਼ਸ਼ ਦੀ ਗੱਲ ਕੀਤੀ ਗਈ ਹੈ। ਆਕਾਸ਼ਸ਼ ਜਿਹੜੀਆਂ ਹੁੰਦੀਆਂ ਨੇਗੀਆਂ ਲੈਟੀਟਿਊਡ ਕਹਾਉਂਦੀਆਂ ਨੇ ਇੰਗਲਿਸ਼ ਦੇ ਵਿੱਚ। ਓਕੇ, ਅਤੇ ਇਹਨਾਂ ਦੀ ਜਿਹੜੀ ਡਾਇਰੈਕਸ਼ਨ ਹੁੰਦੀ ਹੈ ਉਹ ਵੈਸਟ ਤੋਂ ਈਸਟ ਦੇ ਵਿੱਚ ਹੁੰਦੀ ਹੈਗੀ ਜਾਣੀ ਕਿ ਇਹ ਗਲੋਬ ਦੇ ਉੱਪਰ ਇਸ ਦਿਸ਼ਾ ਦੇ ਵਿੱਚ ਹੁੰਦੀ ਹੈਗੀ ਆ। ਓਕੇ, ਇਹ ਐਕਸਟੈਂਡ ਪੁੱਛਿਆ ਗਿਆ ਹੈ ਭਾਰਤ ਦਾ ਤੇ ਇਹਦਾ ਰਾਈਟ ਆਨਸਰ ਇਹ ਹੈ ਜੀ। ਸੋ ਭਾਰਤ ਜਿਹੜਾ ਇੰਦਰਾ ਗ੍ਰੇਟ ਪੁਆਇੰਟ ਹੈ ਉਹ ਸ਼ੁਰੂ ਹੁੰਦਾ ਹੈ ਜੀ 8 ਡਿਗਰੀ 4 ਮਿੰਟ ਤੋਂ ਅਤੇ ਉੱਪਰ ਤੱਕ ਜਿਹੜਾ ਸਾਡਾ ਲਦਾਖ ਵਾਲਾ ਪੁਆਇੰਟ ਹੈ ਉੱਥੋਂ ਤੱਕ ਜਾਂਦਾ ਹੋਇਆ ਬਣ ਜਾਂਦਾ ਹੈ ਜੀ 37 ਡਿਗਰੀ 6 ਮਿੰਟ ਨਾਰਥ ਦੇ ਵਿੱਚ ਹੈ, ਕਿਉਂਕਿ ਇਹ ਉੱਤਰੀ ਗੋਲਾਰਧ ਦੇ ਵਿੱਚ ਹੈ, ਇਸੇ ਕਾਰਨ ਕਰਕੇ ਅਸੀਂ ਨਾਰਥ ਲਗਾਉਣੇ ਇਸ ਦੇ ਨਾਲ। ਨੈਕਸਟ ਹੈ ਜੀ 34 ਨੰਬਰ, ਭਾਰਤ ਦਾ ਦੇਸ਼ਾਂਤਰ ਵਿਸਤਾਰ ਕਿੰਨਾ ਹੈ ਜੀ? ਆਪਸ਼ਨ 1 ਹੈ 8 ਡਿਗਰੀ 4 ਮਿੰਟ 37 ਡਿਗਰੀ 6 ਮਿੰਟ ਈਸਟ। ਆਪਸ਼ਨ 2 ਹੈ ਜੀ 3 ਡਿਗਰੀ 4 ਮਿੰਟ 7 ਡਿਗਰੀ 6 ਮਿੰਟ ਈਸਟ। ਅਤੇ ਆਪਸ਼ਨ 3 ਹੈ ਜੀ 68 ਡਿਗਰੀ 7 ਮਿੰਟ 97 ਡਿਗਰੀ 25 ਮਿੰਟ ਈਸਟ। ਅਤੇ ਆਪਸ਼ਨ 4 ਹੈ ਜੀ 45 ਡਿਗਰੀ 4 ਮਿੰਟ 99 ਡਿਗਰੀ 6 ਮਿੰਟ ਈਸਟ। ਸੋ ਪਹਿਲਾਂ ਨਾਰਥ ਲਾਇਆ, ਹੁਣ ਅਸੀਂ ਈਸਟ ਦੇ ਨਾਲ ਲੱਭਾਂਗੇ ਇਹਨੂੰ। ਓਕੇ, ਸੋ ਇਸ ਕਾਰਨ ਕਰਕੇ ਜਿਹੜਾ ਇਹਦਾ ਰਾਈਟ ਆਨਸਰ ਬਣੂਗਾ ਉਹ ਸੀ ਹੋਊਗਾ। ਇਹ ਹੈਗੀਆਂ ਜੀ ਲੌਂਗੀਟਿਊਡ, ਦੇਸ਼ਾਂਤਰ ਦਾ ਮਤਲਬ ਹੈ ਲੌਂਗੀਟਿਊਡ, ਇਹ ਵਾਲਾ ਸਟਰਕਚਰ। ਓਕੇ, ਜਿਹੜਾ ਕਿ ਨਾਰਥ ਤੋਂ ਸਾਊਥ ਦੇ ਵਿੱਚ ਆਉਂਦੀਆਂ ਲਾਈਨਾਂ ਗਲੋਬ ਦੇ ਉੱਪਰ। ਇਹ ਐਕਸਟੈਂਡ ਕਿੰਨਾ ਹੈ ਜੀ? ਜਦੋਂ ਅਸੀਂ ਇਸ ਤਰੀਕੇ ਨਾਲ ਮਿਲਾਂਗੇ ਕਿ ਇਹ ਭਾਰਤ ਦੇ ਵਿੱਚ ਸ਼ੁਰੂਆਤ ਹੁੰਦੀ ਹੈ, ਭਾਰਤ ਦੀ ਗੁਜਰਾਤ ਦੇ ਵਿੱਚੋਂ ਖੇਤਰ ਤੋਂ 68 ਡਿਗਰੀ 7 ਮਿੰਟ ਤੋਂ ਸ਼ੁਰੂ ਹੁੰਦਾ ਹੈ ਅਤੇ ਅਰੁਣਾਚਲ ਪ੍ਰਦੇਸ਼ ਤੱਕ ਜਾਂਦਾ ਹੈ ਜੀ 97 ਡਿਗਰੀ 25 ਮਿੰਟ ਈਸਟ, ਕਿਉਂਕਿ ਇਹ ਈਸਟ ਦੇ ਵਿੱਚ ਪੈਂਦਾ, ਆਪਾਂ ਗੱਲ ਕੀਤੀ ਸੀਗੀ। ਠੀਕ ਹੈ, ਨਾਰਥ ਈਸਟ ਪੁਆਇੰਟ ਬਣ ਜਾਂਦਾ ਹੈ ਟੋਟਲ ਮਿਲਾ ਕੇ। ਨੈਕਸਟ ਹੈ ਜੀ 35 ਨੰਬਰ, ਭਾਰਤ ਦੀ ਉੱਤਰ ਤੋਂ ਦੱਖਣ ਤੱਕ ਦੀ ਲੰਬਾਈ ਕਿੰਨੀ ਹੈ ਜੀ? ਆਪਸ਼ਨ 1 ਹੈ 2300 ਕਿਲੋਮੀਟਰ। ਆਪਸ਼ਨ 2 ਹੈ 3400 ਕਿਲੋਮੀਟਰ। ਆਪਸ਼ਨ 3 ਹੈ 3214 ਕਿਲੋਮੀਟਰ ਅਤੇ ਆਪਸ਼ਨ 4 ਹੈ 3300 ਕਿਲੋਮੀਟਰ। ਉੱਤਰ ਤੋਂ ਦੱਖਣ ਤੱਕ ਦੀ ਲੰਬਾਈ ਬਣ ਜਾਂਦੀ ਹੈ ਜੀ ਭਾਰਤ ਦੀ 3214 ਕਿਲੋਮੀਟਰ। ਸਭ ਤੋਂ ਉੱਪਰ ਪੁਆਇੰਟ ਜਿਹੜਾ ਹੈ ਲਦਾਖ ਵਾਲਾ ਹੈ। ਠੀਕ ਹੈ, ਲਦਾਖ ਲਾਸਟ ਕੰਟਰੀ ਹੈਗੀ ਹੈ, ਸਟੇਟ ਹੈਗੀ ਹੈ ਭਾਰਤ ਦੀ, ਜਿੱਥੋਂ ਬਾਉਂਡਰੀ ਸ਼ੁਰੂ ਹੁੰਦੀ ਹੈ ਤੇ ਨੀਚੇ ਦੇ ਵਿੱਚ ਜਿਹੜਾ ਹੈ ਕੰਨਿਆ ਕੁਮਾਰੀ ਆ ਜਾਂਦਾ ਹੈ। ਓਕੇ, ਇਹਨਾਂ ਦੇ ਕੁਝ ਮੇਨ ਪੁਆਇੰਟ ਵੀ ਹੋਣਗੇ ਜੋ ਅੱਗੇ ਆਪਾਂ ਅਗਲੀ ਕਲਾਸ ਦੇ ਵਿੱਚ ਤੁਹਾਨੂੰ ਐਡ ਕਰਾਂਗੇ। ਨੈਕਸਟ ਹੈ ਜੀ 36 ਨੰਬਰ, ਭਾਰਤ ਦੀ ਪੂਰਬ ਤੋਂ ਪੱਛਮ ਤੱਕ ਦੀ ਚੌੜਾਈ ਕਿੰਨੀ ਹੈ ਜੀ? 3000 ਕਿਲੋਮੀਟਰ, 2933 ਕਿਲੋਮੀਟਰ, 2307 ਕਿਲੋਮੀਟਰ ਜਾਂ ਫਿਰ 1400 ਕਿਲੋਮੀਟਰ। ਭਾਰਤ ਦੀ ਪੂਰਬ ਤੋਂ ਪੱਛਮ ਦੇ ਵਿੱਚ ਜਿਹੜੀ ਲੰਬਾਈ ਬਣ ਜਾਂਦੀ ਹੈ ਵੈਸਟ ਤੋਂ ਈਸਟ ਤੱਕ ਦੀ, ਉਹ ਹੈ ਜੀ 2933 ਕਿਲੋਮੀਟਰ। ਜਿਹੜੀ ਸ਼ੁਰੂਆਤ ਹੁੰਦੀ ਹੈ ਵੈਸਟ ਦੇ ਵਿੱਚ, ਇਹ ਗੁਜਰਾਤ ਤੋਂ ਹੁੰਦੀ ਹੈਗੀ ਹੈ, ਗੁਜਰਾਤ ਤੋਂ ਸ਼ੁਰੂ ਹੁੰਦੀ ਹੈ ਅਤੇ ਅਰੁਣਾਚਲ ਪ੍ਰਦੇਸ਼ ਤੱਕ ਜਾਂਦੀ ਹੈਗੀ ਆ, ਇੱਥੇ ਜਾ ਕੇ ਖਤਮ ਹੋ ਜਾਂਦੀ ਹੈ। ਓਕੇ, ਨੈਕਸਟ ਹੈ ਜੀ 37 ਨੰਬਰ, ਭਾਰਤ ਦੀ ਕੁੱਲ ਲੈਂਡ ਫਰੰਟੀਅਰ ਕਿੰਨੇ ਕਿਲੋਮੀਟਰ ਹੈ? ਆਪਸ਼ਨ 1 ਹੈ 12000 ਕਿਲੋਮੀਟਰ। ਆਪਸ਼ਨ 2 ਹੈ 17000 ਕਿਲੋਮੀਟਰ। ਆਪਸ਼ਨ 3 ਹੈ 15200 ਕਿਲੋਮੀਟਰ ਅਤੇ ਆਪਸ਼ਨ 4 ਹੈ 14500 ਕਿਲੋਮੀਟਰ। ਲੈਂਡ ਫਰੰਟੀਅਰ ਦਾ ਮਤਲਬ ਹੈ ਕਿ ਭਾਰਤ ਦੇ ਜਿਹੜੀਆਂ ਉੱਪਰਲੇ ਖੇਤਰ ਨੇਗੇ, ਉੱਪਰਲੇ ਜਿਹੜੇ ਰਾਜ ਹੈਗੇ ਨੇਗੇ, ਉਹ ਬਾਉਂਡਰੀ ਬਣਾਉਂਦੇ ਹੈਗੇ ਹਨ। ਸੋ ਕਿੰਨੇ ਕਿਲੋਮੀਟਰ ਦਾ ਹੈ? ਤਾਂ ਲੈਂਡ ਫਰੰਟੀਅਰ ਜਿਹੜਾ ਬਣ ਜਾਂਦਾ ਹੈ, ਇਹ ਬਣ ਜਾਂਦਾ ਹੈ ਜੀ 15200 ਕਿਲੋਮੀਟਰ, ਜਿਹੜਾ ਕਿ ਪਾਕਿਸਤਾਨ ਦੇ ਇਸ ਖੇਤਰ ਤੋਂ ਸ਼ੁਰੂ ਹੁੰਦਾ, ਯਾਨੀ ਗੁਜਰਾਤ ਤੋਂ ਸ਼ੁਰੂ ਹੋ ਕੇ ਅੱਗੇ ਵੈਸਟ ਬੰਗਾਲ ਤੱਕ ਆਉਂਦਾ ਹੈ ਸਾਰਾ ਦਾ ਸਾਰਾ ਭਾਰਤ ਵਾਲਾ ਖੇਤਰ। ਨੈਕਸਟ ਹੈ ਜੀ 38 ਨੰਬਰ, ਭਾਰਤ ਦੀ ਕੁੱਲ ਤਟਵਰਤੀ ਜਿਹੜੀ ਲੰਬਾਈ ਹੈ ਉਹ ਕਿੰਨੀ ਹੈ? ਆਪਸ਼ਨ 1 ਹੈ 7516.6 ਕਿਲੋਮੀਟਰ। ਆਪਸ਼ਨ 3 ਹੈ 6100 ਕਿਲੋਮੀਟਰ। ਆਪਸ਼ਨ 3 ਹੈ 1416.6 ਕਿਲੋਮੀਟਰ ਅਤੇ ਆਪਸ਼ਨ 4 ਹੈ 1800 ਕਿਲੋਮੀਟਰ। ਇੱਥੇ ਪੁੱਛਿਆ ਗਿਆ ਹੈ, ਧਿਆਨ ਨਾਲ ਨੋਟ ਕਰ ਲਿਓ। ਠੀਕ ਹੈ,
कि कुल तत्वटी जी लंबाई कितनी है, कुल पूछा गया है तो टोटल जी बन जाती है जी वो 7516.6 किलोमीटर बन जाती है। ये किहड़ा खेत्र है, जिहड़ा आह वाला खेत्र है उपर वाला लैंड फ्रंटियर वाला सीगा, ये गुजरात तो लेके आ सारा खेत्र तमिलनाडु केरला आंध्रा प्रदेश ठीक है त्रिपुरा वर्गे जिहड़े सारे इत्थों तक आ जाते हैं वैस्ट बंगाल तक, ये सारा जिहड़ा खेत्र बनता है ये टोटल बन जाता है 6100 किलोमीटर। ध्यान नाल सुन लिओ ओके 6100 किलोमीटर। ਅਤੇ ਜੇਕਰ ਅਸੀਂ ਜਿਹੜਾ ਅੰਡੇਮਾਨ ਨਿਕੋਬਾਰ ਅਤੇ ਲਕਸ਼ਦੀਪ ਵਰਗੀਆਂ ਜਿਹੜੀਆਂ ਬਾਉਂਡਰੀਆਂ ਨੇ ਉਹ ਵੀ ਐਡ ਕਰ ਲਈਏ ਤਾਂ ਇਹਨਾਂ ਦੋਨਾਂ ਨੂੰ ਮਿਲਾ ਕੇ ਬਣ ਜਾਂਦਾ ਹੈ ਜੀ 1416.6 ਕਿਲੋਮੀਟਰ। ਓਕੇ 6100 ਕੱਲਾ ਜਿਹੜਾ ਹੈ ਲੈਂਡ ਵਾਲਾ ਜਿਹੜਾ ਕੋਈ ਕੋਸਟਲ ਲਾਈਨ ਬਣ ਜਾਂਦੀ ਹੈ, ਜੇਕਰ ਅਸੀਂ ਅੰਡੇਮਾਨ ਨਿਕੋਬਾਰ ਐਡ ਕਰੀਏ ਤਾਂ 1416 ਹੋਰ ਐਡ ਹੋ ਜਾਂਦੇ ਹੈਗੇ, ਯਾਨੀ ਕਿ 6100 ਪਲੱਸ ਕਰਨਾ ਪਊ ਸਾਨੂੰ 1416.6 ਅਤੇ ਟੋਟਲ ਬਣ ਜਾਊਗਾ ਸਾਡੇ ਕੋਲੇ 7516.6 किलोमीटर। ये टोटल पूछा है, कुल की गल की गई है। ओके इस करके ध्यान रखना इसका। नैक्सट है जी 39 नंबर, वर्तमान समय भारत के कितने राज ने? ऑप्शन 1 है 20, ऑप्शन 2 है 40, ऑप्शन 3 है 29 और ऑप्शन 4 है 28। वर्तमान समय भारत के 28 राज ने, जम्मू एंड कश्मीर को जिहड़ा है हुण केंद्र शासित प्रदेश बना दिता गया है, नोट कर लेना। नैक्सट है जी 40 नंबर लास्ट क्वेश्चन, गोवा राज की राजधानी किहड़ी है जी? सो ऑप्शन 1 है जी हैदराबाद, ऑप्शन 2 है पणजी, ऑप्शन 3 है चेन्नई और ऑप्शन 4 है भुवनेश्वर। गोवा राज की राजधानी है जिन्हां दे विचों पणजी। ठीक है, सो वेरी वेरी इंपॉर्टेंट है, ध्यान रखना। पणजी इसकी राजधानी है तो गोवा जिहड़ा है ये भारत का सब तो छोटा राज है। ओके तो इसे दी ध्यान रखना कि सब तो घट बाउंड्री भी जिहड़ी है वो समुद्र के नाल लगती हैगी है, घट बाउंड्री जी सीमा जी है। ठीक है, घट सीमा लगती है जी समुद्र के नाल, ये चीज़ भी याद रखना। 2 पॉइंट ने, सब तो छोटा है तो समुद्र नाल घट सीमा इसकी लगती हैगी है, सब तो वध जी गुजरात की लगती हैगी है। ओके जी, सो इसी साडे अज दे MCQs उम्मीद करता हाँ कि सारे भी हैल्पफुल रहे होंगे। सो WhatsApp ग्रुप ज्वाइन करने लिए तुसीं इस नंबर के उपर कंटैक्ट कर सकते हो, वीडियो को लाइक करना, शेयर करना और कमेंट बॉक्स के अपने सुझाव देने तुसीं ना भुल्लिया करो। और जोड़े विद्यार्थी नवे आउंदे हुंदे ने वो प्लीज़ चैनल को सबसक्राइब जरूर कर लिया करो। थैंक यू सो मच।